ਤੁਹਾਨੂੰ ਲੱਗਦਾ ਹੈ ਕਿ ਇਹ ਡਰਾਮਾ ਜਿਹੜਾ ਵਾਰ-ਵਾਰ ਕਰਨ ਦੀ ਜ਼ਰੂਰਤ ਕਿਉਂ ਪੈ ਰਹੀ ਹੈ? ਕਿਉਂ ਸਿੱਖ ਸੰਗਤਾਂ ਨੂੰ ਭੰਬਲ ਭੂਸੇ 'ਚ ਪਾਇਆ ਜਾ ਰਿਹਾ? ਨਹੀਂ, ਮੈਂ ਮੋਰਚੇ ਨੂੰ ਡਰਾਮਾ ਨਹੀਂ ਕਹਿ ਰਿਹਾ, ਪਰ ਜਿਹੜਾ ਅਖੀਰ ਦੇ ਵਿੱਚ ਜੋ ਕੁਝ ਹੋਇਆ ਤੇ ਹੁਣ ਫੇਰ ਦੁਬਾਰਾ ਉਹੀ ਚੀਜ਼ ਫੇਰ ਲਿਆਂਦੀ ਜਾ ਰਹੀ ਹੈ। ਇਨਸਾਫ ਲੱਗਦਾ ਨਹੀਂ 2022 ਤੱਕ ਫੇਰ ਐਂ ਘੜੀਸੀ ਜਾਣਾ। ਜਿਵੇਂ ਮੰਡ ਸਾਹਿਬ ਕਹਿੰਦੇ ਸੀ ਕਿ ਮੋਰਚਾ ਤਾਂ ਚੱਲ ਰਿਹਾ, ਚੱਕਦਾ ਤਾਂ ਫੇਰ ਵੀ ਚੱਲ ਰਿਹਾ। ਜਥੇਦਾਰ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਦਾ ਸੁਨੇਹਾ ਹੋਰ ਹੁੰਦਾ ਹੈ। ਅਲੱਗ-ਅਲੱਗ ਜਥੇਦਾਰ ਬਣੇ ਹੋਏ ਨੇ, ਕੌਮ ਨੂੰ ਇੱਕ ਅਗਵਾਈ ਨਹੀਂ ਮਿਲ ਰਹੀ, ਭੰਬਲ ਭੂਸੇ 'ਚ ਪੈਂਦੀ ਕੌਮ। ਕੋਈ ਕਿਤੋਂ ਸੁਨੇਹਾ ਦੇ ਦਿੰਦਾ, ਕੋਈ ਕਿਤੋਂ ਸੁਨੇਹਾ ਦੇ ਦਿੰਦਾ। ਇਹ ਜਿਹੜੀ ਹਰਿਆਣੇ ਦੀ ਕਮੇਟੀ ਹੈ ਸਿਆਸੀ ਪ੍ਰਭਾਵ ਤੋਂ ਮੁਕਤ ਹੋ ਕੇ ਕੰਮ ਕਰ ਸਕੇਗੀ। ਕਿਤੇ ਇਹ ਨਾ ਹੋਵੇ ਕੱਲ ਨੂੰ ਲੋਕ ਕਹਿਣ ਕਿ ਹਰਿਆਣਾ ਕਮੇਟੀ ਨੂੰ ਸਿਆਸੀ ਗਲਬੇ ਤੋਂ ਆਜ਼ਾਦ ਕਰਾਉਣ ਦੀ ਲੋੜ ਹੈ। ਤੁਹਾਨੂੰ ਪਤਾ ਹੈ ਕਿ ਇਹ ਪੋਸ਼ਾਕ ਸੁਖਬੀਰ ਬਾਦਲ ਵੱਲੋਂ ਭੇਜੀ ਗਈ ਸੀ। ਇਸ ਗੱਲ ਤੋਂ ਡਰਾਈ ਨਹੀਂ ਕੀਤੀ ਜਾ ਸਕਦੀ ਕਿ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਬਾਦਲ ਹਮੇਸ਼ਾ ਡੇਰੇ ਦੀ ਸ਼ਰਨ ਦੇ ਵਿੱਚ ਰਿਹਾ। ਪੋਸ਼ਾਕ ਨਾਲੋਂ ਵੱਡਾ ਮਸਲਾ ਜਿਹੜਾ ਉਹ ਬੇਅਦਬੀਆਂ ਦਾ ਹੈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਬੜੀਆਂ ਗ੍ਰਿਫਤਾਰੀਆਂ ਹੋਈਆਂ, ਰਾਮ ਰਹੀਮ ਤੱਕ ਗੱਲ ਪਹੁੰਚੀ, CBI ਦੀ ਗੱਲ ਪਹੁੰਚੀ। ਉਹ ਸਾਰੀਆਂ ਖਬਰਾਂ ਜਿਹੜੀਆਂ ਉਹ ਨੀਚੇ ਕਰ ਦਿੱਤੀਆਂ ਤੇ ਪੋਸ਼ਾਕ ਵਾਲੀ ਖਬਰ ਜਿਹੜੀ ਉਹ ਉੱਪਰ ਜ਼ਿਆਦਾ ਚਰਚਾ ਵਿੱਚ ਆ ਗਈ। ਮੈਂ ਪਹਿਲੇ ਦਿਨ ਤੋਂ ਕਹਿ ਰਿਹਾ, ਵਾਸਤਾ ਰੱਬ ਦਾ, ਕੋਈ ਵੀ ਪਾਰਟੀ ਚਾਹੇ ਬਾਦਲ ਦਲ ਆ, ਚਾਹੇ ਕਾਂਗਰਸ ਆ, ਚਾਹੇ BJP ਆ, ਚਾਹੇ ਆਮ ਪਾਰਟੀ ਆ, ਕਿ ਰੱਬ ਦਾ ਵਾਸਤਾ ਇਹਦੇ ਤੇ ਕੋਈ ਸਿਆਸਤ ਨਾ ਕਰੋ, ਰੱਬ ਦੀ ਕਰੋਪੀ ਨਾ ਸਹੇੜੋ। ਤੁਹਾਨੂੰ ਕਾਂਗਰਸ ਸਰਕਾਰ ਤੇ ਯਕੀਨ ਹੈ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਤਸਵੀਰਾਂ ਵੀ ਤੁਸੀਂ ਦੇਖੀਆਂ, ਸੁਨੀਲ ਜਾਖੜ ਦੀਆਂ ਵੀ, ਇਹ ਵੀ ਤਾਂ ਡੇਰੇ ਜਾਂਦੇ ਰਹੇ ਨੇ ਨਾ। ਰੈਫਰੈਂਡਮ ਦੇ ਨਾਂ ਤੇ ਕਿੰਨੇ ਸਾਡੇ ਸਿੱਖ ਨੌਜਵਾਨ ਬੇਕਸੂਰ ਫੜੇ ਗਏ ਆ। ਜਵਾਪਾ ਵਰਗੀਆਂ ਧਾਰਾ ਜਿਹੜਾ UAPA ਕਾਨੂੰਨ ਲਾ ਕੇ ਤਸ਼ੱਦਦ ਕੀਤਾ ਜਾ ਰਿਹਾ। ਜਿਹੜੀ ਪੰਜਾਬ ਸਰਕਾਰ ਸਿੱਖਾਂ ਤੇ ਕੀ ਹੈ, ਸਿੱਖਾਂ ਉੱਤੇ ਜ਼ੁਲਮ ਕਰਨ ਵਾਸਤੇ ਆ ਪੰਜਾਬ ਪੁਲਿਸ ਹੁਣ ਡੇਰੇ ਸਰਸੇ ਵਾਲੇ ਨੂੰ ਕਿਉਂ ਨਹੀਂ ਪ੍ਰੋਟੈਕਸ਼ਨ ਵਾਰੰਟ ਤੇ ਲਿਆਉਂਦੀ? ਸਤਿ ਸ਼੍ਰੀ ਅਕਾਲ ਜੀ, ਤੁਸੀਂ D5 ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਅਸੀਂ ਪੰਜਾਬ ਦੇ ਉਸ ਮਸਲੇ ਉੱਤੇ ਚਰਚਾ ਕਰਾਂਗੇ ਜਿਸ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਵਾਲ ਉੱਠਦੇ ਨੇ। ਪੰਜਾਬ ਦੇ ਵਿੱਚ ਜਥੇਦਾਰਾਂ ਦਾ ਵੀ ਇੱਕ ਮਸਲਾ ਹੈ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲੇ ਤੇ ਵੀ ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਜਿਹੜੇ ਹੁਣੇ ਪਿਛਲੇ ਦਿਨਾਂ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕਾਰਜਕਾਰੀ ਪ੍ਰਧਾਨ ਚੁਣੇ ਗਏ ਨੇ। ਦਾਦੂਵਾਲ ਸਾਹਿਬ, ਤੁਹਾਡਾ ਸਵਾਗਤ ਹੈ D5 ਚੈਨਲ ਪੰਜਾਬੀ ਤੇ। ਸੁਖਵਿੰਦਰ ਸਿੰਘ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਾਦੂਵਾਲ ਸਾਹਿਬ, ਸਭ ਤੋਂ ਪਹਿਲਾਂ ਮੈਂ ਚਾਹਾਂਗਾ ਆਪਾਂ ਉੱਥੋਂ ਸ਼ੁਰੂਆਤ ਕਰੀਏ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਬਣਨ ਦੀ ਜਾਂ ਬਣਾਉਣ ਦੀ ਹੁਣ ਲੋੜ ਕੀ ਪੈ ਗਈ? ਦੇਖੋ ਭਾਈ ਸੁਖਵਿੰਦਰ ਸਿੰਘ ਜੀ, 2014 ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਕਾਇਦਾ ਹਰਿਆਣਾ ਸਰਕਾਰ ਨੇ ਵਿਧਾਨ ਸਭਾ 'ਚ ਬਿੱਲ ਪਾਸ ਕਰਕੇ ਹੋਂਦ ਵਿੱਚ ਲਿਆਂਦੀ ਸੀ, ਹਰਿਆਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ। ਪਰ SGPC ਨੇ ਉਹ ਜਿਹੜਾ ਸੀਗਾ ਉਹਨਾਂ ਨਾਲ ਰਿਲੇਟਡ ਆਦਮੀਆਂ ਨੇ ਜਿਹੜਾ ਇਹ ਕੇਸ ਸੀਗਾ ਉਹ ਸੁਪਰੀਮ ਕੋਰਟ ਦੇ ਵਿੱਚ ਪਾ ਦਿੱਤਾ ਸੀਗਾ। ਤਾਂ 6 ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹਰਿਆਣਾ ਕਮੇਟੀ ਦੇ ਕੋਲੇ ਆ ਗਿਆ ਸੀ, ਬਾਕੀ ਦਾ SGPC ਦੇ ਕੋਲ ਹੀ ਪ੍ਰਬੰਧ ਸੀ ਤੇ ਸੁਪਰੀਮ ਕੋਰਟ ਨੇ ਸਟੇਟਸ ਕੋ ਕਰ ਦਿੱਤਾ ਸੀਗਾ। 6 ਸਾਲਾਂ ਦੇ ਦੌਰਾਨ ਅੱਜ ਵੀ ਉਹ ਕੇਸ ਜਿਹੜਾ ਉਹ ਸੁਣਵਾਈ ਦੇ ਅਧੀਨ ਆ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਇਹਨਾਂ ਗੁਰੂ ਘਰਾਂ ਦਾ ਪ੍ਰਬੰਧ ਕਰ ਰਹੀ ਆ। ਤਾਂ 6 ਸਾਲਾਂ ਤੋਂ ਉਸਦੇ ਪ੍ਰਧਾਨ ਜਿਹੜੇ ਆ ਜਗਦੀਸ਼ ਸਿੰਘ ਝੀਂਡਾ ਜਿਹੜੇ ਉਹ ਚਲੇ ਆ ਰਹੇ ਸੀਗੇ। ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਚਲੇ ਆ ਰਹੇ ਸੀ। ਇਸੇ ਤਰ੍ਹਾਂ 11 ਮੈਂਬਰੀ ਕਾਰਜਕਾਰਨੀ ਸੀ ਤੇ ਬਾਕੀ 41 ਮੈਂਬਰ ਜਿਹੜੇ ਸੀ ਨੋਮੀਨੇਟ ਹੋਏ ਸੀਗੇ। ਔਰ ਉਸ ਵੇਲੇ ਤੋਂ ਮੈਂ ਇਸ ਕਮੇਟੀ ਦਾ ਐਗਜ਼ੈਕਟਿਵ ਮੈਂਬਰ ਚੱਲਿਆ ਆ ਰਿਹਾ ਸੀ 2014 ਤੋਂ, ਜਿਸ ਦੇ ਦੌਰਾਨ ਸਾਨੂੰ ਬੜੇ ਤਸ਼ੱਦਦਾਂ ਦਾ ਸਾਹਮਣਾ ਵੀ ਕਰਨਾ ਪਿਆ। ਜਦੋਂ ਹਰਿਆਣਾ ਕਮੇਟੀ ਹੋਂਦ ਵਿੱਚ ਆਈ ਤਾਂ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਉਹਨਾਂ ਨੇ ਮੈਨੂੰ ਮੇਰੇ ਪੰਜਾਬ ਵਿਚਲੇ ਸਥਿਤ ਗੁਰਦੁਆਰਾ ਜੰਡਾਲੀਸਰ ਕੋਟ ਸ਼ਮੀਰ ਪਾਤਸ਼ਾਹੀ 10ਵੀਂ ਤੋਂ ਬਠਿੰਡਾ ਤੋਂ ਰਾਤ ਨੂੰ ਸਾਥੀਆਂ ਸਮੇਤ ਚੁੱਕ ਕੇ ਤੇ ਝੂਠੇ ਕੇਸ ਪਾ ਕੇ ਫਰੀਦਕੋਟ ਜੇਲ੍ਹ 'ਚ ਬੰਦ ਕਰ ਦਿੱਤਾ ਸੀਗਾ, ਜਿੱਥੋਂ ਮਾਨਯੋਗ ਹਾਈ ਕੋਰਟ ਦੇ ਵਿੱਚੋਂ ਮੈਨੂੰ ਜ਼ਮਾਨਤ ਲੈ ਕੇ ਆਉਣਾ ਪਿਆ। ਗੁਰਦੁਆਰਾ ਸਾਹਿਬ ਤੇ SGPC ਦਾ ਪ੍ਰਬੰਧ ਕਰਵਾ ਦਿੱਤਾ ਸੀ। ਬੜੀ ਤਬਾਹੀ, ਬੜਾ ਤਸ਼ੱਦਦ ਝੱਲਣਾ ਪਿਆ, ਬੜੀ ਮੁਸ਼ਕਲ ਚੋਂ ਲੰਘਣਾ ਪਿਆ, ਬੜਾ ਨੁਕਸਾਨ ਹੋਇਆ ਸਾਡਾ ਇਸ ਦੇ ਦੌਰਾਨ। ਪਰ ਹੁਣ ਜਿਹੜਾ ਸੀਗਾ, ਦੇਖੋ ਜਿਹੜੇ ਸਾਡੇ ਪ੍ਰਧਾਨ ਚਲੇ ਆ ਰਹੇ ਸੀਗੇ ਜਗਦੀਸ਼ ਸਿੰਘ ਝੀਂਡਾ, ਉਹਨਾਂ ਦੀ ਸਿਹਤ ਪਿਛਲੇ ਤਕਰੀਬਨ 1.5-2 ਸਾਲ ਤੋਂ ਨਾਸਾਜ਼ ਸੀਗੀ।
ਤਾਂ ਇਸ ਦੇ ਚੱਲਦਿਆਂ ਜਿਹੜੇ ਕਮੇਟੀ ਦੇ ਪ੍ਰਬੰਧ ਸੀ ਉਹ ਅੱਛੇ ਤਰੀਕੇ ਨਾਲ ਨਹੀਂ ਸੀ ਚੱਲ ਰਹੇ, ਤਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਨਾਲ ਹੀ ਸਾਰੀ ਕਾਰਜਕਾਰਨੀ ਨੇ ਅਸਤੀਫਾ ਦੇ ਦਿੱਤਾ ਸੀ ਪਿਛਲੀ 13 ਤਰੀਕ ਨੂੰ। ਆ ਜਿਹੜੀ ਹੁਣ 13 ਤਰੀਕ ਲੰਘੀ ਆ, 13 ਜੁਲਾਈ, ਉਸ ਦਿਨ ਜਦੋਂ ਅਸਤੀਫਾ ਉਹਨਾਂ ਨੇ ਪਹਿਲਾਂ ਦਿੱਤਾ ਹੋਇਆ ਸੀਗਾ, 13 ਜੁਲਾਈ ਨੂੰ ਜਰਨਲ ਹਾਊਸ ਦੀ ਮੀਟਿੰਗ ਸੀ ਜਿਹਦੇ 'ਚ ਕੁਝ ਮਤੇ ਸੀ, ਬਜਟ ਪਾਸ ਕਰਨਾ ਸੀਗਾ ਜਿਹੜਾ ਪਿਛਲੇ ਸਾਲ ਦਾ। ਤਾਂ ਉਸ ਸਬੰਧ 'ਚ ਜਦੋਂ ਇਕੱਤਰ ਹੋਏ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਤੇ 6ਵੀਂ ਚੀਕਾ ਦੇ ਵਿੱਚ, ਗੂਲਾ ਚੀਕਾ ਜਿਹੜਾ ਜ਼ਿਲ੍ਹਾ ਕੈਥਲ 'ਚ ਪੈਂਦਾ, ਜਿਹੜਾ ਹਰਿਆਣਾ ਕਮੇਟੀ ਦਾ ਮੁੱਖ ਦਫ਼ਤਰ ਆ, ਉੱਥੇ ਮੀਟਿੰਗ ਹੋਈ। ਅਸੀਂ ਉੱਥੇ ਸਾਰੇ ਮੈਂਬਰ ਜਰਨਲ ਹਾਊਸ ਹਾਜ਼ਰ ਸੀਗਾ। ਤਾਂ ਜਰਨਲ ਹਾਊਸ ਦੇ ਵਿੱਚ ਉਹ ਜਿਹੜੇ ਮਤੇ ਸੀ ਉਹ ਪ੍ਰਵਾਨ ਕੀਤੇ ਗਏ ਕਿ ਜਿਹੜਾ ਅਸਤੀਫਾ ਸੀ ਸਾਰਿਆਂ ਦਾ ਉਹ ਪ੍ਰਵਾਨ ਕੀਤਾ ਗਿਆ, ਤੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ, ਕਿਉਂਕਿ ਸਾਰੀ ਐਗਜ਼ੈਕਟਿਵ ਨੇ ਅਸਤੀਫਾ ਦੇ ਦਿੱਤਾ, ਪ੍ਰਵਾਨ ਹੋਇਆ ਜਰਨਲ ਹਾਊਸ ਵੱਲੋਂ। ਤਾਂ ਉਹਦੇ ਵਾਸਤੇ ਜਿਹੜਾ ਸੀ ਅਗਲੀ ਇਲੈਕਸ਼ਨ ਕਰਾਉਣ ਵਾਸਤੇ ਤੇ ਉਹਨਾਂ ਚਿਰ ਪ੍ਰਬੰਧ ਚਲਾਉਣ ਲਈ ਕਾਰਜਕਾਰੀ ਪ੍ਰਧਾਨ ਜਿਹੜਾ ਸੀ ਉਸ ਦੀ ਲੋੜ ਸੀਗੀ ਨਿਯੁਕਤੀ। ਉਹਨਾਂ ਨੇ ਸਾਰੇ ਜਰਨਲ ਹਾਊਸ ਨੇ ਜਿਹੜੀ ਜ਼ਿੰਮੇਵਾਰੀ ਸੀ, ਮੈਂ ਉਹਨਾਂ ਤੋਂ ਖਿਮਾ ਮੰਗੀ ਸੀ, ਪਰ ਉਹਨਾਂ ਨੇ ਮੈਨੂੰ ਸਾਰੇ ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਪ੍ਰਧਾਨਗੀ ਦੇ ਕਾਰਜਕਾਰੀ ਪ੍ਰਧਾਨ ਦੇ ਜਿਹੜਾ ਸੀ ਉਹਦੇ ਤੇ ਬਿਠਾ ਦਿੱਤਾ। ਤਾਂ ਮੈਂ ਬੈਠਦਿਆਂ ਸਾਰ ਇਲੈਕਸ਼ਨ ਅਨਾਉਂਸ ਕਰ ਦਿੱਤੀ ਅਗਲੀ 13 ਅਗਸਤ ਦੀ, ਕਿ ਉਸ ਦਿਨ ਸਾਰੀ ਕਾਰਜਕਾਰਨੀ ਦੀ ਚੋਣ ਕੀਤੀ ਜਾਵੇਗੀ। 7 ਤਰੀਕ ਨੂੰ ਜਿਹੜਾ ਹੈਗਾ ਉਹ ਸਾਰੇ ਨੋਮੀਨੇਟ ਕਰ ਸਕਦੇ ਆਪਣੇ ਕਾਗਜ਼, 9 ਤਰੀਕ ਤੱਕ ਵਾਪਸ ਲੈ ਸਕਦੇ ਆ। ਜੇ ਸਰਬਸੰਮਤੀ ਹੋ ਜਾਂਦੀ ਆ ਤਾਂ ਉਹ ਵੀ ਦੇਖਿਆ ਜਾ ਸਕਦਾ, ਤੇ ਜੇਕਰ ਸਰਬਸੰਮਤੀ ਨਹੀਂ ਹੁੰਦੀ ਤਾਂ 13 ਤਰੀਕ ਨੂੰ ਜਿਹੜੀ ਇਲੈਕਸ਼ਨ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਏਗੀ। ਮੈਂ 13 ਤਰੀਕ ਤੱਕ ਮੈਂ ਕਾਰਜਕਾਰੀ ਪ੍ਰਧਾਨ ਆ। ਉਸ ਤੋਂ ਬਾਅਦ ਜਿਹਨੂੰ ਵੀ ਮੈਂਬਰ ਸਾਹਿਬਾਨ ਚੁਣ ਲੈਣਗੇ ਉਹ ਜਿਹੜਾ ਹੈਗਾ ਇਸ ਸੇਵਾ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਚੁਣੀ ਜਾਊਗੀ। ਪ੍ਰਧਾਨ, ਸੈਕਟਰੀ, ਮੀਤ ਪ੍ਰਧਾਨ, ਸਾਰੇ ਜਿਹੜੇ ਅਹੁਦੇ ਨੇ, 11 ਮੈਂਬਰੀ ਐਗਜ਼ੈਕਟਿਵ ਜਿਹੜੀ ਆ ਉਸ ਦਿਨ ਉਹ ਚੁਣੀ ਜਾਵੇਗੀ। ਉਦੋਂ ਤੱਕ ਜਿਹੜੀ ਇਹ ਸੇਵਾ ਉਹ ਸਾਰੇ ਮੈਂਬਰਾਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਮੈਨੂੰ ਸੌਂਪੀ ਗਈ ਹੈ। ਪਰ ਦਾਦੂਵਾਲ ਸਾਹਿਬ, ਤੁਹਾਨੂੰ ਨਹੀਂ ਲੱਗਦਾ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਗਲਬੇ ਤੋਂ ਆਜ਼ਾਦ ਕਰਾਉਣ ਦੀ ਗੱਲ ਹੈ, ਦੂਜੇ ਪਾਸੇ ਹਰਿਆਣਾ 'ਚ ਕਮੇਟੀ, ਦਿੱਲੀ 'ਚ ਕਮੇਟੀ, ਬਾਕੀ ਸੂਬਿਆਂ ਦੇ ਵਿੱਚ ਵੀ ਫਿਰ ਇੱਦਾਂ ਕਮੇਟੀਆਂ ਵੰਡਣ ਲੱਗ ਜਾਣਗੀਆਂ ਤਾਂ ਆਪੋ ਧਾਪੀ ਫਿਰ ਗੱਲ ਤਾਂ ਹੋਈ ਅੱਜ ਹੀ ਕਿਤੇ ਨਾ ਕਿਤੇ ਸਿਆਸੀ ਦਖਲਅੰਦਾਜ਼ੀ ਹੋਣ ਲੱਗ ਜਾਣੀ ਹੈ। ਫਿਰ ਦੇਖੋ ਸੁਖਵਿੰਦਰ ਸਿੰਘ ਜੀ, ਸਭ ਤੋਂ ਪਹਿਲੀ ਗੱਲ ਤਾਂ ਹੈ, ਜਾਂ ਤਾਂ ਪੂਰੇ ਇੰਡੀਆ ਦੇ ਵਿੱਚ ਆਲ ਇੰਡੀਆ ਗੁਰਦੁਆਰਾ ਐਕਟ ਜਿਹੜਾ ਉਹ ਪਾਸ ਹੋਵੇ, ਇਹ ਸਾਰੇ ਇੰਡੀਆ ਵਿੱਚ ਜਿੰਨੇ ਇਤਿਹਾਸਕ ਗੁਰਦੁਆਰੇ ਆ ਉਹਨਾਂ ਦੀ ਇੱਕ ਕਮੇਟੀ ਹੋਵੇ। ਜੇਕਰ ਆਲ ਇੰਡੀਆ ਐਕਟ ਨਹੀਂ ਤਾਂ ਉਸ ਤੋਂ ਬਾਅਦ ਹਰੇਕ ਸੂਬੇ ਨੂੰ ਅਧਿਕਾਰ ਆ ਜਿਹੜੇ ਉਹਨਾਂ ਦੇ ਇਤਿਹਾਸਕ ਸਥਾਨ ਨੇ ਉਹਨਾਂ ਦੀ ਕਮੇਟੀ ਬਣ ਸਕਦੀ। ਜਿਸ ਤਰ੍ਹਾਂ SGPC ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤਾਂ ਬਣੀ ਹੈ, ਉਹ ਆਪਣਾ ਕੰਮ ਕਰ ਰਹੀ ਹੈ, ਦਿੱਲੀ ਸਟੇਟ ਦੇ ਗੁਰਦੁਆਰਿਆਂ ਦਾ ਪ੍ਰਬੰਧ ਦੇਖਦੀ ਹੈ। ਇਸੇ ਤਰ੍ਹਾਂ ਹਰਿਆਣੇ ਦੇ ਸਿੱਖ ਵੀ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਸਕਦੇ ਆ। ਇਹ ਜਿਹੜਾ ਵਖਰੇਵਾਂ ਆਇਆ, ਇਹ ਜਦੋਂ ਪ੍ਰਕਾਸ਼ ਸਿੰਘ ਬਾਦਲ SGPC ਤੇ ਪਰਿਵਾਰ ਕਾਬਜ ਹੋਇਆ ਤੇ ਉਹਨਾਂ ਮਨਮਾਨੀਆਂ ਸ਼ੁਰੂ ਕੀਤੀਆਂ, ਹਰਿਆਣੇ ਦੇ ਵਿੱਚ ਕੋਈ ਕੰਮ ਨਹੀਂ ਕੀਤਾ, ਤਾਂ ਇੱਥੋਂ ਸਾਰਾ ਜਿੰਨਾ ਖਜ਼ਾਨਾ ਸੀ ਉਹ ਆਪਣਾ ਪੰਜਾਬ ਲੈ ਜਾਂਦੇ ਸੀਗੇ, ਸਾਰਾ ਇਕੱਠਾ ਕਰਕੇ ਬਾਦਲ ਪਰਿਵਾਰ ਲੈ ਜਾਂਦਾ ਸੀਗਾ। ਤਾਂ ਇਸ ਕਰਕੇ ਜਿਹੜੀ ਮੰਗ ਸੀਗੀ ਇਹ ਉੱਠੀ ਸੀ। ਪਹਿਲਾਂ ਐਡਹਾਕ ਕਮੇਟੀ ਚੁਣੀ ਗਈ, ਉਹਦੇ ਚ SGPC ਦੇ ਬਰਾਬਰ 7 ਮੈਂਬਰ ਜਿਹੜੇ ਸੀ ਜਿੱਤੇ ਗਏ 11 ਦੇ ਵਿੱਚੋਂ। ਤੁਹਾਨੂੰ ਲੱਗਦਾ ਦਾਦੂਵਾਲ ਸਾਹਿਬ ਕਿ ਇਹ ਜਿਹੜੀ ਹਰਿਆਣੇ ਦੀ ਕਮੇਟੀ ਹੈ ਸਿਆਸੀ ਪ੍ਰਭਾਵ ਤੋਂ ਮੁਕਤ ਹੋ ਕੇ ਕੰਮ ਕਰ ਸਕੇਗੀ? ਕਿਤੇ ਇਹ ਨਾ ਹੋਵੇ ਕੱਲ ਨੂੰ ਲੋਕ ਕਹਿਣ ਕਿ ਹਰਿਆਣਾ ਕਮੇਟੀ ਨੂੰ ਸਿਆਸੀ ਗਲਬੇ ਤੋਂ ਆਜ਼ਾਦ ਕਰਾਉਣ ਦੀ ਲੋੜ ਹੈ, ਜਿਵੇਂ ਹੁਣ ਦਿੱਲੀ ਕਮੇਟੀ ਤੇ ਸਿਰਸਾ ਸਾਹਿਬ ਤੇ ਸਵਾਲ ਉੱਠਦੇ ਨੇ ਕਿ ਇਤਿਹਾਸ ਨੂੰ ਕਿਵੇਂ ਪੇਸ਼ ਕੀਤਾ ਗਿਆ। ਦੇਖੋ, ਜਿੰਨੀ ਕੁ ਸੇਵਾ ਮੇਰਾ ਅੱਜ ਤੱਕ ਦਾ ਜਿਹੜਾ ਤਜਰਬਾ ਤੁਸੀਂ ਦੇਖਿਆ ਹੀ, ਜੋ ਅਸੀਂ ਸੇਵਾ ਕੀਤੀ ਆ, ਤੇ ਪਿਛਲੇ 2 ਦਹਾਕਿਆਂ ਤੋਂ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਪ੍ਰਭਾਵ ਚ ਨਹੀਂ, ਅਸੀਂ ਇੰਡੀਪੈਂਡੈਂਟ ਪੰਥ ਦੀ ਸੇਵਾ, ਧਰਮ ਪ੍ਰਚਾਰ ਪ੍ਰਸਾਰ ਦੀ ਕੀਤੀ ਆ। ਸਰਕਾਰ ਚਾਹੇ ਬਾਦਲਾਂ ਦੀ ਸੀ ਚਾਹੇ ਕੈਪਟਨ ਦੀ ਆ, ਅਸੀਂ ਪੰਥਕ ਮੁੱਦਿਆਂ ਨੂੰ ਹਮੇਸ਼ਾ ਜਿਹੜਾ ਉਭਾਰਿਆ ਵਾ। ਪੰਥਕ ਮੁੱਦਿਆਂ ਤੇ ਅਸੀਂ ਜਿੱਥੇ ਆਲੋਚਨਾ ਦੀ ਲੋੜ ਪਈ ਆ, ਕੈਪਟਨ ਸਰਕਾਰ ਦੀ ਵੀ ਕੀਤੀ ਆ, ਬਾਦਲ ਸਰਕਾਰ ਦੀ ਵੀ ਕੀਤੀ ਆ। ਜਦੋਂ ਤੱਕ ਸੇਵਾ ਮੇਰੇ ਕੋਲ ਆ ਜਾਂ ਮੇਰੀ ਦੇਖ ਰੇਖ ਦੇ ਵਿੱਚ ਜਿਸ ਤਰੀਕੇ ਨਾਲ ਚੱਲਦਾ, ਤਾਂ ਇਸ ਤਰ੍ਹਾਂ ਦਾ ਜਿਹੜਾ ਉਲਾਂਭਾ ਉਹ ਸਿੱਖ ਸੰਗਤਾਂ ਦਾ ਕਦੇ ਵੀ ਨਹੀਂ ਆਊਗਾ। ਅਸੀਂ ਪ੍ਰਚਾਰ ਪ੍ਰਸਾਰ ਦੀ ਲਹਿਰ ਚ ਪਹਿਲਾਂ ਹੀ ਆ ਤੇ ਇਹਨੂੰ ਹੋਰ ਤੇਜ਼ ਕਰਾਂਗੇ। ਇਸ ਤਰ੍ਹਾਂ ਦਾ ਸਿਆਸੀ ਗਲਬਾ ਜਿਹੜਾ ਜਦੋਂ ਤੱਕ ਅਸੀਂ ਸੇਵਾ ਸੰਭਾਲਦੇ ਆ, ਇਸ ਚੀਜ਼ ਨੂੰ ਸੋਚਿਆ ਵੀ ਨਹੀਂ ਜਾ ਸਕਦਾ ਵੀ ਕੋਈ ਸਿਆਸੀ ਪ੍ਰਭਾਵ ਇਹਦੇ ਤੇ ਪਊਗਾ। ਜੀ ਚਲੋ, ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸੁਣਿਆ, ਤੁਸੀਂ ਵੀ ਡਿਬੇਟਾਂ ਦੇ ਵਿੱਚ ਹਾਜ਼ਰੀ ਭਰੀ ਕਿ ਵੀਰਪਾਲ ਕੌਰ ਨੇ ਜਿਹੜਾ ਬਿਆਨ ਦਿੱਤਾ ਹੈ ਉਹਨੂੰ ਲੈ ਕੇ ਹੁਣ ਤੱਕ ਜਿਹੜੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੋਈ ਵੀ ਸਪਸ਼ਟੀਕਰਨ ਜਾਂ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ, ਜਦਕਿ ਅਕਾਲੀ ਦਲ ਦੇ ਬਾਕੀ ਨੁਮਾਇੰਦੇ ਜਿਹੜੇ ਨੇ, ਕੋਈ ਕਹਿੰਦਾ ਕਿ ਸੁਪਰੀਮ ਕੋਰਟ ਤੱਕ ਪਹੁੰਚ ਕਰੋ। ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ? ਕਿਉਂਕਿ ਸਲਾਬਤਪੁਰਾ ਡੇਰੇ ਦੇ ਵਿੱਚ ਇਹ ਸਾਰਾ ਕੁਝ ਹੋਇਆ ਸੀ, ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸ ਸਭ ਦੇ ਵਿੱਚ ਵਿਚਰੇ ਹੋ, ਤੁਹਾਨੂੰ ਪਤਾ ਹੈ ਕਿ ਇਹ ਪੋਸ਼ਾਕ ਸੁਖਬੀਰ ਬਾਦਲ ਵੱਲੋਂ ਭੇਜੀ ਗਈ ਸੀ?
ਦੇਖੋ, ਇਸ ਗੱਲ ਤੋਂ ਡਿਨਾਈ ਨਹੀਂ ਕੀਤੀ ਜਾ ਸਕਦੀ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਆ ਜਾਂ ਅਕਾਲੀ ਦਲ ਬਾਦਲ ਆ, ਉਹਨਾਂ ਨੇ ਡੇਰਾ ਸਿਰਸਾ ਮੁਖੀ ਦੇ ਨਾਲ ਵੋਟਾਂ ਦਾ ਸਮਝੌਤਾ ਕੀਤਾ। ਸਮੇਂ-ਸਮੇਂ ਤੇ ਉਹਨਾਂ ਨੇ ਡੇਰੇ ਦਾ ਜਿਹੜਾ ਸਮਰਥਨ ਲਿਆ, ਡੇਰੇ ਦੀ ਉਹਨਾਂ ਨੇ ਸਪੋਰਟ ਕੀਤੀ ਤੇ ਡੇਰੇ ਦਾ ਸਮਰਥਨ। ਜਦੋਂ ਮੈਂ ਧਰਮ ਪ੍ਰਚਾਰ ਕਰਦਾ ਸੀ, ਮੈਨੂੰ ਫੜ ਕੇ ਜੇਲ੍ਹਾਂ 'ਚ ਡੱਕਦੇ ਰਹੇ, ਮੁਕੱਦਮੇ ਪਾਉਂਦੇ ਰਹੇ ਤੇ ਡੇਰੇ ਸਰਸੇ ਵਾਲੇ ਦੀ ਪੁਸਤ ਪੁਣਾਈ ਕਰਦੇ ਰਹੇ। ਜਦੋਂ ਉਸਨੇ ਸਵਾਂਗ ਰਚਾਇਆ ਸੀ, ਉੱਤੇ ਮੁਕੱਦਮਾ ਦਰਜ ਹੋਇਆ ਬਠਿੰਡਾ ਕੋਤਵਾਲੀ ਥਾਣੇ ਦੇ ਵਿੱਚ, ਤੇ ਜਿਹੜਾ ਬਾਅਦ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਜਿਹੜਾ ਸੀਗਾ ਕੈਂਸਲ ਕਰ ਦਿੱਤਾ ਸੀ ਉਹ ਪਰਚਾ। ਕੋਰਟ ਦੇ ਵਿੱਚ ਬਕਾਇਦਾ ਕੀ ਲੈਣ ਦੇਣ ਹੋਇਆ ਉਹਦੇ ਵਿੱਚ, ਉਸ ਤੋਂ ਬਾਅਦ ਮਾਫੀਨਾਮਾ ਹੋਇਆ। ਇਸ ਗੱਲ ਤੋਂ ਡਿਨਾਈ ਨਹੀਂ ਕੀਤੀ ਜਾ ਸਕਦੀ ਕਿ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਬਾਦਲ ਹਮੇਸ਼ਾ ਡੇਰੇ ਦੀ ਸ਼ਰਨ ਦੇ ਵਿੱਚ ਰਿਹਾ, ਉਹਦਾ ਵੋਟ ਬੈਂਕ ਲੈਂਦਾ ਰਿਹਾ। ਤੇ ਇਹ ਜਿਹੜੀ ਪੁਸ਼ਾਕ ਵਾਲੀ ਗੱਲ ਆ, ਡੇਰੇ ਦੀ ਪੈਰੋਕਾਰ ਜਿਹੜੀ ਬੀਬੀ ਵੀਰਪਾਲ ਕੌਰ ਨੇ ਕਹੀ ਆ ਔਰ ਹਵਾਲਾ ਦੇ ਕੇ ਸਾਬਕਾ ADGP ਸ਼ਸ਼ੀ ਕਾਂਤ ਦਾ, ਇਹਦੇ ਬਾਰੇ ਉਹੀ ਦੱਸ ਸਕਦੇ ਆ ਵੀ ਉਹ ਪੁਸ਼ਾਕ ਉਹਨੇ ਭੇਜੀ ਜਾਂ ਨਹੀਂ। ਸੁਖਬੀਰ ਬਾਦਲ ਨੂੰ ਇਹਦਾ ਸਪਸ਼ਟੀਕਰਨ ਦੇਣਾ ਚਾਹੀਦਾ। ਅਸੀਂ ਕਦੇ ਨਹੀਂ ਕਿਹਾ ਕਿ ਸੁਖਬੀਰ ਬਾਦਲ ਨੇ ਪੁਸ਼ਾਕ ਭੇਜੀ ਆ, ਪਰ ਸੁਖਬੀਰ ਬਾਦਲ ਨੇ ਹਮੇਸ਼ਾ ਡੇਰੇ ਦੀ ਜਿਹੜੀ ਹੈਗੀ ਆ ਤਰਫਦਾਰੀ ਕੀਤੀ ਆ। ਡੇਰੇ ਨੂੰ ਮਾਫੀਨਾਮਾ ਵੀ ਦਵਾਇਆ, ਸਿੱਖਾਂ ਦੇ ਮੁਕੱਦਮੇ, ਸਿੱਖਾਂ ਦੀਆਂ ਸ਼ਹਾਦਤਾਂ ਵੀ ਹੋਈਆਂ, ਨੁਕਸਾਨ ਵੀ ਹੋਇਆ। ਸੁਖਬੀਰ ਬਾਦਲ ਦੀ ਸਰਕਾਰ ਨੇ ਕਦੇ ਗੁਰਦੁਆਰਿਆਂ ਨੂੰ ਸਿਕਿਉਰਿਟੀ ਨਹੀਂ ਦਿੱਤੀ ਜਿੱਥੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਏ ਆ, ਪਰ ਡੇਰੇ ਵਾਲੇ ਦੀ ਫਿਲਮ ਦੇ ਪੋਸਟਰ ਦੀ ਰਾਖੀ ਪੰਜਾਬ ਪੁਲਿਸ ਦੇ ਕੋਲੋਂ ਕਰਾਈ ਆ। ਇੱਕ ਪੋਸਟਰ ਦੀ ਰਾਖੀ 5-5 7-7 ਮੁਲਾਜ਼ਮ ਬਹਿੰਦੇ ਰਹੇ ਆ ਤੇ ਪੰਜਾਬ ਵਿਚਲੇ ਜਿੰਨੇ ਉਹਦੇ ਡੇਰੇ ਆ, ਉਹਨਾਂ ਡੇਰਿਆਂ 'ਚ ਪੱਕੇ ਤੰਬੂ ਲਾ ਕੇ ਡੇਰਿਆਂ ਦੀ ਕੰਧਾਂ ਦੀ ਇੱਟਾਂ ਦੀ ਰਾਖੀ ਵਾਸਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਪੁਲਿਸ ਫੋਰਸਾਂ ਬਿਠਾ ਛੱਡੀਆਂ। ਸੋ ਇਸ ਕਰਕੇ ਇਹ ਤਾਂ ਜਾਂ ਵੀਰਪਾਲ ਦੱਸ ਸਕਦੀ ਜਾਂ ਸ਼ਸ਼ੀ ਕਾਂਤ ਦੱਸ ਸਕਦਾ ਤੇ ਜਾਂ ਜਿਹੜਾ ਹੁਣ ਸੁਖਬੀਰ ਬਾਦਲ ਦੱਸ ਸਕਦਾ। ਜਿਹੜੇ ਆਸੇ ਪਾਸਿਓਂ ਐਵੇਂ ਚਾਪਲੂਸੀ ਕਰ ਰਹੇ ਆ ਜਿਹੜੇ ਉਸ ਦਲ ਦੇ ਮੈਂਬਰ, ਉਹਨਾਂ ਦੇ ਵੱਸ ਦਾ ਰੋਗ ਨਹੀਂ। ਇਹਦੇ 'ਚ ਸਿੱਧੇ ਤੌਰ ਤੇ ਸੁਖਬੀਰ ਬਾਦਲ ਨੂੰ ਮੀਡੀਆ ਦੇ ਸਾਹਮਣੇ ਆਉਣਾ ਚਾਹੀਦਾ। ਜੇ ਉਹਨੇ ਪੁਸ਼ਾਕ ਭੇਜੀ ਆ ਤੇ ਉਹਨੂੰ ਦੱਸਣਾ ਚਾਹੀਦਾ, ਜੇ ਨਹੀਂ ਪੁਸ਼ਾਕ ਭੇਜੀ ਤਾਂ ਵੀ ਦੱਸਣਾ ਚਾਹੀਦਾ, ਤੇ ਬਾਕੀ ਜਵਾਬ ਵੀ ਦੇਣੇ ਚਾਹੀਦੇ ਆ ਕਿ ਉਸਨੇ ਜਿਹੜਾ ਮਾਫੀਨਾਮਾ ਕਿਉਂ ਦਵਾਇਆ ਸੀਗਾ ਤੇ ਉਸਨੇ ਜਿਹੜਾ ਭਾਵਨਾਵਾਂ ਭੜਕਾਉਣ ਦਾ ਪਰਚਾ ਬਠਿੰਡੇ ਦਰਜ ਸੀਗਾ ਉਹਨੂੰ ਕੈਂਸਲ ਕਿਉਂ ਕਰਵਾਇਆ ਸੀਗਾ। ਤੇ ਤੁਹਾਨੂੰ ਨਹੀਂ ਲੱਗਦਾ ਕਿ ਪੁਸ਼ਾਕ ਨਾਲੋਂ ਵੱਡਾ ਮਸਲਾ ਜਿਹੜਾ ਉਹ ਬੇਅਦਬੀਆਂ ਦਾ ਹੈ? ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਬੜੀਆਂ ਗ੍ਰਿਫਤਾਰੀਆਂ ਹੋਈਆਂ, ਰਾਮ ਰਹੀਮ ਤੱਕ ਗੱਲ ਪਹੁੰਚੀ, CBI ਦੀ ਗੱਲ ਪਹੁੰਚੀ, ਉਹ ਸਾਰੀਆਂ ਖਬਰਾਂ ਜਿਹੜੀਆਂ ਉਹ ਨੀਚੇ ਕਰ ਦਿੱਤੀਆਂ ਤੇ ਪੁਸ਼ਾਕ ਵਾਲੀ ਖਬਰ ਜਿਹੜੀ ਉਹ ਉੱਪਰ ਜ਼ਿਆਦਾ ਚਰਚਾ ਵਿੱਚ ਆ ਗਈ। ਤੁਹਾਨੂੰ ਨਹੀਂ ਲੱਗਦਾ ਇਹ ਕੋਈ ਸਿਆਸੀ ਤੌਰ ਦੇ ਉੱਤੇ ਜਿਹੜਾ, ਕਿਉਂਕਿ ਅਕਾਲੀ ਦਲ ਵੀ ਇਹ ਗੱਲ ਕਹਿ ਰਿਹਾ ਕਿ ਸ਼ਾਇਦ ਕਾਂਗਰਸ ਨੇ ਜਿਹੜਾ ਇਹ ਕਿਤੇ ਨਾ ਕਿਤੇ ਲਿਆ ਕੇ ਸਿਆਸੀ ਬੰਬ ਖੜਾ ਕੀਤਾ? ਦੇਖੋ, ਸਿਆਸੀ ਲੋਕ ਸਿਆਸਤ ਕਰਦੇ ਆ, ਇਹਦੇ ਤੋਂ ਕਦੇ ਡਿਨਾਈ ਨਹੀਂ ਕੀਤਾ ਜਾ ਸਕਦਾ, ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ, ਸਿੱਖ ਭਾਵਨਾਵਾਂ ਦਾ ਮਸਲਾ, ਕਰੋੜਾਂ ਲੋਕਾਂ ਦੀ ਆਸਥਾ ਦਾ ਮਸਲਾ। ਮੈਂ ਪਹਿਲੇ ਦਿਨ ਤੋਂ ਕਹਿ ਰਿਹਾ, ਵਾਸਤਾ ਰੱਬ ਦਾ। ਕੋਈ ਵੀ ਪਾਰਟੀ, ਚਾਹੇ ਬਾਦਲ ਦਲ ਆ, ਚਾਹੇ ਕਾਂਗਰਸ ਆ, ਚਾਹੇ BJP ਆ, ਚਾਹੇ ਆਮ ਪਾਰਟੀ ਆ, ਕਿ ਰੱਬ ਦਾ ਵਾਸਤਾ ਇਹਦੇ ਤੇ ਕੋਈ ਸਿਆਸਤ ਨਾ ਕਰੋ, ਰੱਬ ਦੀ ਕਰੋਪੀ ਨਾ ਸਹੇੜੋ। ਜੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆ, ਉਹ ਇਹਦੇ 'ਚ ਹੋਣਾ ਚਾਹੀਦਾ ਵਾ। ਤੇ ਇਹਦੇ ਵਿੱਚ ਜਿਹੜਾ ਬੇਅਦਬੀ ਦਾ ਮਸਲਾ, ਸਿੱਧੇ ਤੌਰ ਤੇ ਹੁਣ ਪੰਜਾਬ ਸਰਕਾਰ ਦੀ ਬਣਾਈ ਸਿੱਟ, ਜਿਹੜੀ ਅਕਾਲੀ ਦਲ BJP ਸਰਕਾਰ ਨੇ ਬਣਾਈ ਸੀ ਤੇ ਜਿਹਨੂੰ ਹੁਣ ਫ੍ਰੀ ਹੈਂਡ ਕੀਤਾ ਕੈਪਟਨ ਸਰਕਾਰ ਨੇ, ਤੇ ਉਹਨਾਂ ਨੇ ਜਿਹੜੇ 7 ਦੋਸ਼ੀ ਜਿਹੜੇ ਸੀ ਫੜੇ ਸੀ, 2 ਪਹਿਲਾਂ ਜ਼ਮਾਨਤ ਤੇ ਸੀ, ਪਰ ਉਹਨਾਂ ਦੀ ਵੀ ਪੁੱਛਗਿੱਛ ਨਾਲ ਹੋਈ ਆ ਤੇ 3 ਦੇ ਗ੍ਰਿਫਤਾਰੀ ਵਾਰੰਟ ਲਏ ਆ ਤੇ 1 ਸੌਦਾ ਸਾਧ ਨੂੰ ਉਹਦੇ 'ਚ ਨਾਮਜ਼ਦ ਕੀਤਾ ਵਾ। ਸੋ ਉਧਰ ਨੂੰ ਕਾਰਵਾਈ ਤੁਰਨੀ ਚਾਹੀਦੀ ਆ। ਹੁਣ ਅਗਾਂਹ ਚਲਾਨ ਵੀ ਪੇਸ਼ ਹੋ ਗਿਆ, ਚਲਾਨ 'ਚ ਸਾਰੀਆਂ ਗੱਲਾਂ ਲਿਖ ਵੀ ਦਿੱਤੀਆਂ ਨੇ ਉਸ ਸਿੱਟ ਨੇ, DIG ਖੱਟੜਾ ਦੀ ਸਿੱਟ ਨੇ, ਕਿ ਕਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਜਿਹੜਾ ਸੀਗਾ ਪਲਾਨਿੰਗਾਂ ਕੀਤੀਆਂ ਸਾਰੀਆਂ। ਪਹਿਲਾਂ ਮੈਨੂੰ ਮਾਰਨ ਦੀ ਪਲਾਨਿੰਗ ਵੀ ਕੀਤੀ ਡੇਰੇ ਵਾਲਿਆਂ ਨੇ, ਉਹ ਮਹਿੰਦਰਪਾਲ ਬਿੱਟੂ ਨੇ, ਉਹ ਕਾਮਯਾਬ ਨਹੀਂ ਹੋਈ। ਫਿਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿਹੜੀਆਂ, ਜਦੋਂ ਉਹ ਗੁਰਜਵਾਰ ਸਿੰਘ ਵਾਲਾ ਤੇ ਇੱਕ ਕਥਾ ਸਮਾਗਮ ਦਾ ਜਿਹੜਾ ਸੀਗਾ ਰੌਲਾ ਪਿਆ ਵੀ ਉੱਥੇ ਕੁਝ ਡੇਰੇ ਦੇ ਪੈਰੋਕਾਰਾਂ ਨੇ ਲੋਕਟ ਲਾ ਦਿੱਤੇ, ਤਾਂ ਡੇਰੇ ਵਾਲੇ ਨੇ ਕਿਹਾ ਕਿ ਸਾਡੀ ਨਿਸ਼ਾਨੀ ਪੈਰਾਂ 'ਚ ਰੋਲੀ ਆ, ਇਹਨਾਂ ਦਾ ਗੁਰੂ ਰੋਲ ਦਿਓ। ਸਾਰਾ ਕੁਝ ਚਲਾਨ 'ਚ ਲਿਖਿਆ ਹੋਇਆ। ਉਹ ਚਲਾਨ ਮੈਂ ਪੜ੍ਹਿਆ ਬਕਾਇਦਾ, ਪ੍ਰਾਪਤ ਕਰਕੇ ਫਰੀਦਕੋਟ ਅਦਾਲਤ ਦੇ ਵਿੱਚੋਂ। ਉਹ ਚਲਾਨ ਨੂੰ ਤੁਸੀਂ ਵੀ ਪੜ੍ਹ ਸਕਦੇ ਹੋ। ਇਹਦੇ ਵਾਸਤੇ ਹੁਣ ਇਹ ਆ ਕਿ ਦੋਸ਼ੀ ਫੜੇ ਗਏ ਆ ਜਿਨ੍ਹਾਂ ਬੇਅਦਬੀ ਕੀਤੀ ਆ, ਤੇ ਕੁਛ ਰਹਿੰਦੇ ਆ, ਤੇ ਜਿਨ੍ਹਾਂ ਨੇ ਜਿਹਦੇ ਹੁਕਮ ਤੇ ਕੀਤੀ ਆ ਉਹ ਨਾਮਜ਼ਦ ਹੋ ਗਿਆ, ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲਿਆਉਣਾ ਚਾਹੀਦਾ, ਇੱਥੇ ਉਹਦੀ ਪੁੱਛਗਿੱਛ ਕਰਨੀ ਚਾਹੀਦੀ ਆ। ਤੇ ਗਾਂ ਜਿਹੜੀ ਜਾਂਚ ਆ ਇੱਥੋਂ ਤੱਕ ਵਧਣੀ ਚਾਹੀਦੀ ਆ ਕਿ ਜਿਨ੍ਹਾਂ ਨੇ ਦੋਸ਼ੀਆਂ ਨੂੰ ਬਚਾਇਆ ਹੁਣ ਤੱਕ, ਉਹਨਾਂ ਦੋਸ਼ੀਆਂ ਨੂੰ ਵੀ ਜਾਂਚ ਦਾ ਜਿਹੜਾ ਹਿੱਸਾ ਬਣਾਇਆ ਜਾਣਾ ਚਾਹੀਦਾ ਵੀ ਉਹਨਾਂ ਨੇ ਡੇਰੇ ਨੂੰ, ਡੇਰੇ ਦੇ ਪੈਰੋਕਾਰਾਂ ਨੂੰ ਬਚਾਇਆ ਕਿਉਂ। ਤੇ ਜਿਨ੍ਹਾਂ ਨੇ ਇਨਸਾਫ ਮੰਗਦੇ ਸਿੱਖਾਂ ਦੇ ਗੋਲੀਆਂ ਮਾਰੀਆਂ, ਡਾਂਗਾ ਮਾਰੀਆਂ, ਗੋਲੀਆਂ ਦਾ ਮੀਂਹ ਵਰਾਇਆ, ਉਹ ਕਿਹਨੇ ਹੁਕਮ ਦਿੱਤਾ ਸੀ? ਕਿਉਂਕਿ ਪੁਲਿਸ ਫੋਰਸਾਂ ਤੇ ਮੁਕੱਦਮਾ ਦਰਜ ਹੋ ਗਿਆ, ਅਣਪਛਾਤੀ ਪੁਲਿਸ ਵੀ ਪਛਾਣੀ ਗਈ
ਪਰ ਉਹ ਹੁਕਮ ਕਿਹਨੇ ਦਿੱਤਾ ਸੀਗਾ? ਉਹ ਡੀਜੀਪੀ ਸਮੇਤ ਸੈਣੀ ਦਾ ਹੁਕਮ ਸੀ, ਉਹ ਸੁਖਬੀਰ ਸਿੰਘ ਬਾਦਲ ਦਾ ਹੁਕਮ ਸੀ, ਜਾਂ ਪ੍ਰਕਾਸ਼ ਸਿੰਘ ਬਾਦਲ ਦਾ? ਜਿਹੜਾ ਵੀ ਹੈਗਾ ਉਹਨੂੰ ਵੀ ਬਿਲਕੁਲ ਜਾਂਚ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ। ਤੇ ਅਕਾਲੀ ਦਲ ਬਾਦਲ ਨੇ ਤਾਂ ਰੌਲਾ ਪਾਇਆ ਹੁਣ ਕਿ ਡੇਰੇ ਵਾਲੇ ਨੂੰ ਪੰਜਾਬ 'ਚ ਨਾ ਲਿਆਂਦਾ ਜਾਵੇ। ਜੇ ਉਹ ਪੰਜਾਬ ਆ ਜਾਂਦਾ, ਉਹਦੀ ਪੁੱਛਗਿੱਛ ਹੋ ਜਾਂਦੀ ਹੈ ਤੇ ਸਿੱਧੇ ਤੌਰ ਤੇ ਸਾਰੀਆਂ ਘਟਨਾਵਾਂ ਪਿੱਛੇ ਬਾਦਲ ਪਰਿਵਾਰ ਦਾ, ਬਾਦਲ ਦਲ ਦਾ ਹੱਥ ਨਜ਼ਰ ਆਉਂਦਾ, ਕਿਉਂਕਿ ਉਹ ਵੋਟਾਂ ਦੀ ਸਾਂਝ ਕਰਕੇ, ਵੋਟਾਂ ਲੈਣ ਦੀ ਖਾਤਰ ਮੁਕੱਦਮੇ ਵੀ ਉਹਦੇ ਖਾਰਜ ਕਰਦਾ ਰਿਹਾ ਤੇ ਮਾਫੀਨਾਮੇ ਵੀ ਜਾਰੀ ਕਰਾਉਂਦਾ ਰਿਹਾ। ਤੇ ਤੁਹਾਨੂੰ ਕਾਂਗਰਸ ਸਰਕਾਰ ਤੇ ਯਕੀਨ ਹੈ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਤਸਵੀਰਾਂ ਵੀ ਤੁਸੀਂ ਦੇਖੀਆਂ, ਸੁਨੀਲ ਜਾਖੜ ਦੀਆਂ ਵੀ, ਇਹ ਵੀ ਤਾਂ ਡੇਰੇ ਜਾਂਦੇ ਰਹੇ ਨੇ ਨਾ। ਬਿਲਕੁਲ, ਇਹਦੇ 'ਚ ਕੋਈ ਦੋ ਰਾਮਾ ਨਹੀਂ ਆ। ਉਸ ਵੇਲੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਤੇ ਕਾਂਗਰਸ ਦੀ ਮਦਦ ਕੀਤੀ ਸੀ ਜਦੋਂ ਉਹਨੇ ਸਵਾਂਗ ਰਚਿਆ ਸੀਗਾ, ਜਦੋਂ ਰੌਲਾ ਪਿਆ ਵਾ। ਪਰ ਇੱਕ ਗੱਲ ਮੈਂ ਦੱਸਦਾ ਆਪਣੇ ਵੱਲੋਂ ਕਿ ਜਦੋਂ ਬੇਅਦਬੀ ਹੋਈ ਸੀ, ਅਸੀਂ ਉਦੋਂ ਵੀ ਪੰਜਾਬ ਸਰਕਾਰ ਕੋਲੋਂ ਹੀ ਇਨਸਾਫ ਮੰਗਿਆ ਸੀ। ਉਦੋਂ ਬਾਦਲ ਬੀਜੇਪੀ ਸਰਕਾਰ ਸੀਗੀ। ਅਸੀਂ ਕਿਹਾ ਸੀ ਪੰਜਾਬ ਪੁਲਿਸ ਹੀ ਇਹਦੀ ਜਾਂਚ ਕਰੇ ਤੇ ਪੰਜਾਬ ਸਰਕਾਰ ਕਰਾਵੇ। ਜਿਹੜੇ ਮੁੱਖ ਮੰਤਰੀ ਨੇ ਆਪਣੇ ਥਾਪੇ ਜਥੇਦਾਰਾਂ ਤੋਂ, ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪੇ SGPC ਰਾਹੀਂ, ਜਿਨ੍ਹਾਂ ਤੋਂ ਫਖਰੇ ਕੌਮ ਤੇ ਪੰਥ ਰਤਨ ਦਾ ਅਵਾਰਡ ਲਿਆ ਸੀ, ਅਸੀਂ ਕਿਹਾ ਉਹਦਾ ਫਰਜ਼ ਬਣਦਾ ਉਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰੇ। ਨਹੀਂ ਕਰੂਗਾ, ਆਪੇ ਗੁਰੂ ਸਾਹਿਬ ਦੀ ਕਰੋਪੀ ਦਾ ਸ਼ਿਕਾਰ ਹੋਊਗਾ। ਜਿਸ ਤਰ੍ਹਾਂ ਹੁਣ ਹੋਇਆ ਪਿਆ ਕਿ ਅੱਜ ਉਹਨਾਂ ਦੀ ਸਿਆਸੀ ਜ਼ਮੀਨ ਪੈਰਾਂ ਥੱਲੋਂ ਖਿਸਕੀ ਹੈ, ਕੰਧਾਂ 'ਚ ਵੱਜਦੇ ਫਿਰਦੇ ਆ। ਖੁਦ ਨੂੰ ਗੁਨਾਹਗਾਰ ਕਬੂਲ ਕੇ ਉਹਨਾਂ ਨੇ, ਜਦੋਂ ਬਰਗਾੜੀ ਇਨਸਾਫ ਮੋਰਚਾ ਚੱਲਦਾ ਸੀ ਤਾਂ ਉਸ ਵੇਲੇ ਖੁਦ ਨੂੰ ਗੁਨਾਹਗਾਰ ਕਬੂਲ ਕੇ ਭੁੱਲਾਂ ਦੀ ਮਾਫੀ ਮੰਗਣ ਉਹ ਦਰਬਾਰ ਸਾਹਿਬ ਜੋੜੇ ਸਾਫ਼ ਕਰਨ ਤੇ ਬਰਤਨ ਸਾਫ਼ ਕਰਨ ਵਾਸਤੇ ਗਏ ਆ। ਸੋ ਅਸੀਂ ਉਦੋਂ ਵੀ ਅਕਾਲੀ ਦਲ ਬੀਜੇਪੀ ਸਰਕਾਰ ਤੋਂ ਹੀ ਇਨਸਾਫ ਮੰਗਦੇ ਸੀਗੇ ਕਿ ਉਹ ਖੁਦ ਕਰੇ, ਉਹ CBI ਨੂੰ ਜਾਂਚ ਨਾ ਦੇਵੇ। CBI ਭਾਵੇਂ ਸਾਡੇ ਦੇਸ਼ ਦੀ ਵੱਡੀ ਜਾਂਚ ਏਜੰਸੀ ਆ, ਪਰ ਉਹਨਾਂ ਕੋਲ ਇੰਨੇ ਕੇਸ ਆ ਕਿ ਮੈਂ ਹੀ ਸਮਝਦੇ ਇੱਧਰ ਪਾਸੇ ਉਹਨਾਂ ਸਮਾਂ ਹੀ ਨਹੀਂ ਦੇ ਹੋਣਾ। ਤੇ ਉਹੀ ਗੱਲ ਹੋਈ, ਜੇ ਉਹਨਾਂ ਕੋਲੇ ਜਾਂਚ ਬਾਦਲ ਸਰਕਾਰ ਨੇ ਦਿੱਤੀ ਵੀ ਤਾਂ ਉਹਨਾਂ ਨੇ ਬੇਅਦਬੀ ਦਾ ਕੋਈ ਸੱਚ ਨਹੀਂ ਕੱਢਿਆ, ਉਲਟਾ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਕਿ ਇਹਦੇ ਵਿੱਚ ਸਾਨੂੰ ਦੋਸ਼ੀ ਨਹੀਂ ਲੱਭੇ ਤੇ ਸਾਰਿਆਂ ਨੂੰ ਬਾਇਜ਼ਤ ਬਰੀ ਕਰ ਦਿੱਤਾ, ਡੇਰੇ ਨੂੰ, ਬਾਦਲਾਂ ਨੂੰ, ਸਾਰਿਆਂ ਨੂੰ। ਹੁਣ ਜਿਹੜੀ ਪੰਜਾਬ ਸਰਕਾਰ, ਅਸੀਂ ਉਦੋਂ ਵੀ ਪੰਜਾਬ ਸਰਕਾਰ ਤੋਂ ਚਾਹੁੰਦੇ ਸੀ ਜਦੋਂ ਬਾਦਲ ਬੀਜੇਪੀ ਸਰਕਾਰ ਸੀਗੇ ਤੇ ਪੰਜਾਬ ਪੁਲਿਸ, ਅਸੀਂ ਅੱਜ ਵੀ, ਸਾਨੂੰ ਇਹ ਨਹੀਂ ਕਿ ਕਾਂਗਰਸ ਦੀ ਸਰਕਾਰ ਆ ਜਾਂ ਉਦੋਂ ਅਕਾਲੀ ਦਲ ਬਾਦਲ ਬੀਜੇਪੀ ਦੀ ਸਰਕਾਰ ਸੀ, ਅਸੀਂ ਪੰਜਾਬ ਸਰਕਾਰ ਕੋਲੋਂ ਹੀ ਇਨਸਾਫ ਚਾਹੁੰਦੇ ਹਾਂ ਤੇ ਪੰਜਾਬ ਸਰਕਾਰ ਇਸ ਦਾ ਇਨਸਾਫ ਕਰੇ। ਤੇ ਪੰਜਾਬ ਪੁਲਿਸ, ਜਿਹੜੀ ਪੰਜਾਬ ਪੁਲਿਸ ਸਾਡੇ ਸਿੱਖ ਨੌਜਵਾਨਾਂ ਨੂੰ ਝੂਠੇ ਮੁਕੱਦਮਿਆਂ 'ਚ ਪਾ ਸਕਦੀ ਆ, ਵਿਦੇਸ਼ਾਂ ਤੋਂ ਫੜ ਕੇ ਲਿਆ ਕੇ ਇੱਥੇ ਉਹਨਾਂ ਤੇ ਤਸ਼ੱਦਦ ਕਰ ਸਕਦੀ ਆ, ਉਹਨਾਂ ਤੇ 3rd ਡਿਗਰੀ ਤਸ਼ੱਦਦ, ਹੁਣ ਵੀ ਰੈਫਰੈਂਡਮ ਦੇ ਨਾਂ ਤੇ ਕਿੰਨੇ ਸਾਡੇ ਸਿੱਖ ਨੌਜਵਾਨ ਬੇਕਸੂਰ ਫੜੇ ਗਏ ਆ। ਜਵਾਪਾ ਵਰਗੀਆਂ ਧਾਰਾ, ਜਿਹੜਾ UAPA ਕਾਨੂੰਨ ਲਾ ਕੇ ਤਸ਼ੱਦਦ ਕੀਤਾ ਜਾ ਰਿਹਾ। ਜਿਹੜੀ ਪੰਜਾਬ ਸਰਕਾਰ ਸਿੱਖਾਂ ਤੇ, ਕੀ ਇਹ ਸਿੱਖਾਂ ਉੱਤੇ ਜ਼ੁਲਮ ਕਰਨ ਵਾਸਤੇ ਆ ਪੰਜਾਬ ਪੁਲਿਸ? ਪੰਜਾਬ ਪੁਲਿਸ ਹੁਣ ਡੇਰੇ ਸਰਸੇ ਵਾਲੇ ਨੂੰ ਕਿਉਂ ਨਹੀਂ ਪ੍ਰੋਟੈਕਸ਼ਨ ਵਾਰੰਟ ਤੇ ਲਿਆਉਂਦੀ? ਹੁਣ ਇਹਨਾਂ ਦੀਆਂ ਬ੍ਰੇਕਾਂ ਕਿਉਂ ਲੱਗ ਰਹੀਆਂ ਨੇ? ਇਹ ਉਹਨਾਂ ਨੂੰ ਫੜਨ ਜਿਨ੍ਹਾਂ ਦੇ ਗ੍ਰਿਫਤਾਰੀ ਵਾਰੰਟ ਲਏ ਆ, ਉਹ ਹਰਸ਼ ਧੂਰੀ ਆ, ਪ੍ਰਦੀਪ ਕਲੇਰ ਆ, ਸੰਦੀਪ ਬਰੇਟਾ ਵਾ, ਉਹਨਾਂ ਨੂੰ ਗ੍ਰਿਫਤਾਰ ਕਰਨ। ਨਾਲ ਹੀ ਜਿਹੜਾ ਮੌੜ ਬੰਬ ਧਮਾਕਾ ਵਾ, ਉਹਦੇ 'ਚ ਸਿੱਧੇ ਤੌਰ ਤੇ ਡੇਰੇ ਵਾਲੇ ਦੀ ਵਰਕਸ਼ਾਪ 'ਚੋਂ ਕਾਰ ਪੇਂਟ ਹੋ ਕੇ ਆਈ ਆ, ਬਕਾਇਦਾ ਪੁਲਿਸ ਦੀ ਜਾਂਚ ਕਹਿ ਰਹੀ ਆ, ਤੇ ਉਹਨਾਂ ਬੰਦਿਆਂ ਨੂੰ ਫੜਨ। 6 ਮਾਸੂਮ ਬੱਚੇ ਉੱਥੇ ਮਾਰੇ ਗਏ ਮੌੜ ਬੰਬ ਧਮਾਕੇ 'ਚ, ਇੱਕ ਬੱਚਾ ਅੱਜ ਵੀ ਮੰਜੇ ਤੇ ਤੜਫਦਾ, ਨਾ ਜਿਉਂਦਿਆਂ 'ਚ ਨਾ ਮਰਿਆਂ 'ਚ ਆ। ਤੇ ਡੇਰਾ ਸਰਸਾ ਮੁਖੀ ਸਿੱਧੇ ਤੌਰ ਤੇ ਦੋਸ਼ੀ ਆ। ਤੇ ਨਾਲ ਜਿਹੜਾ ਪੰਚਕੂਲੇ ਕਾਂਡ ਹੋਇਆ ਸੀਗਾ, ਜਦੋਂ ਉਹਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿੰਨੀ ਸਾੜ ਫੂਕ ਹੋਈ, 40 ਦੇ ਕਰੀਬ ਮੌਤਾਂ ਹੋਈਆਂ ਉਹਦੇ ਪੈਰੋਕਾਰਾਂ ਦੀਆਂ, ਉਸ ਪਰਚੇ 'ਚ ਵੀ ਉਹਨੂੰ ਹਰਿਆਣਾ ਸਰਕਾਰ ਨੂੰ ਪਾਉਣਾ ਚਾਹੀਦਾ ਵਾ। ਉਹਦੇ 'ਚੋਂ ਡੇਰੇ ਵਾਲੇ ਨੂੰ FIR 'ਚ ਹੀ ਨਹੀਂ ਪਾਇਆ, ਜਿਹਦੇ ਕਰਕੇ ਸਾਰੀਆਂ ਜਾਨਾਂ ਗਈਆਂ। 10 ਦੇ ਕਰੀਬ ਸਰਸੇ ਗਈਆਂ, 40 ਦੇ ਕਰੀਬ ਪੰਚਕੂਲੇ ਗਈਆਂ। ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਉਦੋਂ ਵੀ ਪੰਜਾਬ ਸਰਕਾਰ ਕੋਲੋਂ ਹੀ ਇਨਸਾਫ ਚਾਹੁੰਦੇ ਸੀਗੇ। ਪੰਜਾਬ ਸਰਕਾਰ ਨੇ ਆਪਣੇ ਗਲੋਂ ਗਲਾਵਾਂ ਲਾਉਣ ਲਈ CBI ਨੂੰ ਜਾਂਚ ਦਿੱਤੀ, ਜਦੋਂ ਕਿ ਸਾਡੀ ਕਿਸੇ ਦੀ ਮੰਗ ਨਹੀਂ। ਜਿੰਨੀਆਂ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਸੀ, ਕਿਸੇ ਨੇ CBI ਦੀ ਜਾਂਚ ਨਹੀਂ ਸੀ ਮੰਗੀ। ਜਿਹੜੀਆਂ ਅੱਜ ਗੱਲਾਂ ਉਹ ਕਰਦੇ ਆ ਬਾਦਲ ਅਕਾਲੀ ਦਲ, ਉਹ ਝੂਠ ਬੋਲਦੇ ਆ ਕਿ ਸੰਘਰਸ਼ ਸਿੱਖਾਂ ਨੇ ਮੰਗ ਕੀਤੀ ਤੇ ਅਸੀਂ ਤਾਂ, ਉਹ ਪ੍ਰਮਾਣ ਕਿਹਦਾ ਦਿੰਦੇ ਆ? ਮੈਂ ਮਹੇਸ਼ਿੰਦਰ ਬਾਦਲ ਨੂੰ ਸੁਣਿਆ, ਵਿਰਸਾ ਸਿੰਘ ਵਲਟੋਆ ਨੂੰ ਸੁਣਿਆ ਡਿਬੇਟਾਂ 'ਚ, ਉਹ ਕਹਿੰਦੇ ਜੀ ਰਾਹੁਲ ਗਾਂਧੀ ਨੇ ਮੰਗ ਕੀਤੀ ਸੀ, ਪ੍ਰਤਾਪ ਸਿੰਘ ਬਾਜਵੇ ਨੇ ਮੰਗ ਕੀਤੀ, ਸੋਨੀਆ ਗਾਂਧੀ ਨੇ ਮੰਗ ਕੀਤੀ ਕਿ ਤੁਸੀਂ ਸਰਕਾਰ ਚਲਾਓ ਪੰਥ ਦੇ ਨਾਂ ਤੇ ਮੰਗਾਂ ਤੁਸੀਂ ਮੰਨੋ ਰਾਹੁਲ ਗਾਂਧੀ ਦੀਆਂ। ਫਿਰ ਕਾਂਗਰਸ ਨਾਲ ਜੁੜੇ ਹੋਏ ਨਹੀਂ, ਇਹ ਤਾਂ AB ਟੀਮ ਨਹੀਂ ਆ, ਇਹਨਾਂ ਦੀ ਚੋਰ ਕੁੱਤੀ ਰਲਣ ਵਾਲੀ ਗੱਲ ਨਹੀਂ ਆ। ਜਿਹੜੇ ਸੰਘਰਸ਼ ਕਰ ਰਹੇ ਆ, ਜਿਨ੍ਹਾਂ ਦੀਆਂ ਭਾਵਨਾਵਾਂ ਭੜਕੀਆਂ, ਜਿਨ੍ਹਾਂ ਨੂੰ ਦੁੱਖ ਪਹੁੰਚਿਆ, ਉਹ ਤਾਂ ਕਹਿੰਦੇ ਆ ਵੀ ਤੁਸੀਂ ਕਰੋ, ਸਾਨੂੰ ਨਹੀਂ CBI ਜਾਂਚ ਚਾਹੀਦੀ। ਤੇ ਅੱਜ ਇਹਨਾਂ ਨੇ, ਉਦੋਂ ਗਲੋਂ ਗਲਾਵਾਂ ਇਹਨਾਂ ਨੇ ਲਾਇਆ ਸੀਗਾ। ਅੱਜ ਵੀ ਪੰਥ ਦਾ ਦਬਾਅ, ਬਰਗਾੜੀ ਇਨਸਾਫ ਮੋਰਚਾ 6.5 ਮਹੀਨੇ ਚੱਲਿਆ, ਲੱਖਾਂ ਸੰਗਤਾਂ ਨੇ ਹਾਜ਼ਰੀ ਭਰੀ। ਉਸੇ ਦਬਾਅ ਵਿੱਚ ਜੋ ਸਰਕਾਰ ਨੇ ਉੱਥੇ ਜਾ ਕੇ ਬੋਲਿਆ, ਉਹਦੇ ਤੇ ਪਹਿਰਾ ਦੇਵੇ। ਕੱਲ ਵੀ ਅਸੀਂ ਫਰੀਦਕੋਟ ਦੇ ਵਿੱਚ ਮੱਲਕੇ ਪਿੰਡ ਦੇ ਵਿੱਚ ਇਹ ਸ਼ੁਕਰਾਨਾ ਸਮਾਗਮ ਗੁਰੂ ਸਾਹਿਬ ਦਾ ਕੀਤਾ ਕਿ ਕੁਝ ਦੋਸ਼ੀ ਫੜੇ ਗਏ ਆ ਤੇ ਕੁਝ ਨਾਮਜ਼ਦ ਹੋਏ ਆ।
ਪਰ ਰਹਿੰਦੇ ਦਾਦੂਵਾਲ ਦੋਸ਼ੀ ਸਾਹਿਬ ਵੀ ਇਹ ਫੜੇ ਤਾਂ ਜਾਣ। ਦੱਸੋ ਨਾ ਕਿ ਹੁਣ ਬਰਗਾੜੀ ਮੋਰਚੇ ਦੀ ਤੁਹਾਨੂੰ ਲੱਗਦਾ ਹੈ ਕੋਈ ਲੋੜ ਹੈਗੀ ਆ? ਬਰਗਾੜੀ ਮੋਰਚੇ ਬਾਰੇ ਤੁਸੀਂ ਪਹਿਲਾਂ ਵੀ ਕਹਿ ਚੁੱਕੇ ਹੋ ਕਿ ਹੁਣ ਡਰਾਮਾ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ। ਤੁਹਾਨੂੰ ਲੱਗਦਾ ਹੈ ਕਿ ਦੇਖੋ ਇਹ ਡਰਾਮਾ ਉਹ ਜਿਹੜਾ ਜਥੇਦਾਰ ਵਾਰ-ਵਾਰ ਕਰਨ ਦੀ ਤੁਸੀਂ ਜ਼ਰੂਰਤ ਇਹ ਨਾ ਕਿਉਂ ਪੈ ਕਹੋ, ਰਹੀ ਹੈ? ਤੁਸੀਂ ਇਹ ਨਾ ਕਿਉਂ ਕਹੋ। ਸਿੱਖ ਸੰਗਤਾਂ ਨੂੰ ਭੰਬਲ ਸੁਖਵਿੰਦਰ ਭੂਸੇ 'ਚ ਪਾਇਆ ਜਾ ਰਿਹਾ? ਸੁਖਵਿੰਦਰ ਕਿਉਂ ਸਿੰਘ ਜੀ, ਵਾਰ-ਵਾਰ ਉੱਥੇ ਲਿਜਾ ਕੇ ਸਿੱਖ ਸੰਗਤਾਂ ਨੂੰ ਇਕੱਠਾ ਕੀਤਾ ਜਾਂਦਾ ਹੈ? ਲਗਾਤਾਰ ਜਿਹੜਾ ਭਾਵਨਾਵਾਂ ਨੂੰ ਖਰੋਚਿਆ ਜਾਂਦਾ ਹੈ। ਨਹੀਂ ਸੁਖਵਿੰਦਰ ਸਿੰਘ ਜੀ, ਤੁਸੀਂ ਬਰਗਾੜੀ ਇਨਸਾਫ ਮੋਰਚੇ ਨੂੰ ਡਰਾਮਾ ਕਰਕੇ ਸਾਡਾ ਕਹਿ ਕੇ ਸਾਡਾ ਦਿਲ ਨਾ ਦਿਖਾਓ ਇਸ ਗੱਲ ਤੇ। ਜਿਹੜਾ ਡਰਾਮਾ ਤੁਸੀਂ ਕਹਿ ਰਹੇ ਹੋ, ਬਰਗਾੜੀ ਦਾ 6.5 ਮਹੀਨੇ ਦਾ ਮੋਰਚਾ ਹੀ ਸੀ, ਜਿਸ ਮੋਰਚੇ ਨੇ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਸਬਮਿਟ ਕਰਾਤੀ। ਇਹ ਬਰਗਾੜੀ ਦਾ ਇਨਸਾਫ ਮੋਰਚਾ ਹੀ ਸੀ ਜਿਹਦੇ ਦਬਾਅ ਕਰਕੇ ਪੰਜਾਬ ਸਰਕਾਰ ਨੇ ਉਹਨੂੰ ਵਿਧਾਨ ਸਭਾ 'ਚ ਟੇਬਲ ਕਰਕੇ ਤੇ ਉਹਦੇ ਤੇ ਬਹਿਸ ਕਰਾਤੀ, ਸਿੱਟ ਬਣਾਤੀ ਤੇ ਅਣਪਛਾਤੀ ਪੁਲਿਸ ਪਛਾਣੀ ਗਈ ਤੇ ਆ ਜਾਂਚ ਇੱਥੋਂ ਤੱਕ ਚਲੇਗੀ। ਉੱਥੇ ਆ ਕੇ ਸਰਕਾਰ ਨੇ ਵਾਅਦੇ ਕੀਤੇ। ਬਰਗਾੜੀ ਦਾ ਇਨਸਾਫ ਮੋਰਚਾ ਜਿਹੜਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਸੀ, ਹਾਂ ਉਹਦਾ ਜਿਹੜਾ ਮੋਰਚਾ ਡਿਕਟੇਟਰ ਸੀ ਉਹਨੇ ਉਹਦੀ ਸਮਾਪਤੀ ਜਿਹੜੀ ਸਮ ਅਪ ਕੀਤਾ, ਵਾਈਂਡ ਅਪ ਕੀਤਾ, ਉਹ ਜਿਹੜਾ ਸੀਗਾ ਉਹ ਚਿੰਤਾਜਨਕ ਸੀਗਾ। ਉਹਦੇ ਨਾਲ ਸਾਰੇ ਸਹਿਮਤ ਨਹੀਂ ਸੀ। ਸਾਡਾ ਉਹਨਾਂ ਨੇ ਜਿਹੜਾ ਉਹਦੇ ਵਿੱਚ ਵਿਸ਼ਵਾਸ ਬਹਾਲ ਨਹੀਂ ਰੱਖਿਆ, ਵਿਸ਼ਵਾਸ ਨਹੀਂ ਲਿਆ ਜਥੇਦਾਰ ਮੰਡ ਸਾਹਿਬ ਨੇ। ਮੈਂ ਜਥੇਦਾਰ ਮੰਡ ਸਾਹਿਬ ਨੂੰ ਕਿਹਾ ਮੈਂ ਵੀ ਇਨਸਾਫ ਮੋਰਚੇ ਨੂੰ ਡਰਾਮਾ ਨਹੀਂ ਕਹਿੰਦਾ, ਮੈਂ ਵੀ ਇਸੇ ਚੀਜ਼ ਨੂੰ, ਕਿਉਂਕਿ ਤੁਸੀਂ ਪਿਛਲੀ ਵਾਰੀ ਜਦੋਂ ਤੁਹਾਡੀ ਸਾਡੇ ਨਾਲ ਗੱਲ ਹੋਈ ਸੀ ਤੁਸੀਂ ਕਿਹਾ ਸੀ ਕਿ ਡਰਾਮੇਬਾਜ਼ੀਆਂ ਵਾਲੇ ਕੰਮ ਨੇ ਇਹ, ਵੀ ਹੁਣ ਕਲੀਅਰ ਕਰ ਦੇਣਾ ਚਾਹੀਦਾ। ਕਿਉਂ ਵਾਰ-ਵਾਰ ਮੋਰਚੇ ਲਿਜਾ ਕੇ ਉੱਤੇ ਸੰਗਤਾਂ, ਸਮਾਂ ਵੀ ਖਰਾਬ ਹੁੰਦਾ ਲੋਕਾਂ ਦਾ, ਉਦੋਂ ਵੀ ਲੋਕ ਬੇਅਦਬੀ ਦੇ ਰੋਸ ਵਜੋਂ ਕਿੰਨੀ ਦੁਨੀਆ ਇਕੱਠੀ ਹੋਈ, ਪੂਰਾ ਪੰਜਾਬ ਕੀ ਦੁਨੀਆ ਭਰ ਚੋਂ ਲੋਕ ਆ ਕੇ, ਜਿਹੜੇ ਸ਼ਰਧਾਲੂ, ਆਪਾਂ ਇਕੱਲੇ ਸਿੱਖ ਨਾ ਕਹੀਏ, ਜਿਹੜੇ ਸ਼ਰਧਾਲੂ ਸੀ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਰੱਖਣ ਵਾਲੇ ਹਰ ਧਰਮ ਦੇ ਲੋਕ ਆ ਕੇ ਇਕੱਠੇ ਹੋਏ ਸੀ ਉੱਥੇ। ਹਰ ਟੀਵੀ ਚੈਨਲ, ਹਰ ਅਖਬਾਰ ਦਾ ਆਪੋ ਆਪਣਾ ਏਜੰਡਾ, ਉਹ ਆਪਣੀ ਮਰਜ਼ੀ ਦੇ ਨਾਲ ਕਈ ਵਾਰੀ ਖਬਰਾਂ ਨੂੰ ਤਰੋੜ ਮਰੋੜ ਦਿੰਦੇ, ਕਈ ਵਾਰੀ ਖਬਰਾਂ ਹੀ ਆਪ ਛਾਪ ਦਿੰਦੇ ਆ। ਬਹੁਤ ਕੁਝ ਹੋ ਰਿਹਾ ਪਿਛਲੇ ਦਿਨਾਂ 'ਚ, ਮੈਂ ਦੇਖਿਆ ਵਾ। ਤੇ ਇਸੇ ਤਰੀਕੇ ਨਾਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਬਰਗਾੜੀ ਇਨਸਾਫ ਮੋਰਚੇ ਨੂੰ ਮਤ ਡਰਾਮਾ ਕਹੋ। ਬਰਗਾੜੀ ਇਨਸਾਫ ਮੋਰਚਾ ਪੰਥ ਦੀਆਂ ਭਾਵਨਾਵਾਂ ਅਨੁਸਾਰ ਸੀ, ਪੰਥ ਨੇ ਸਹਿਯੋਗ ਦਿੱਤਾ। ਉਹਦਾ ਜਿਹੜਾ ਦਾਦੂਵਾਲ ਸਾਹਿਬ ਤੁਸੀਂ ਸਮਝੇ ਨਹੀਂ, ਮੈਂ ਮੋਰਚੇ ਨੂੰ ਡਰਾਮਾ ਨਹੀਂ ਕਹਿ ਰਿਹਾ, ਪਰ ਜਿਹੜਾ ਅਖੀਰ ਦੇ ਵਿੱਚ ਜੋ ਕੁਝ ਹੋਇਆ ਤੇ ਹੁਣ ਫੇਰ ਦੁਬਾਰਾ ਉਹੀ ਚੀਜ਼ ਫੇਰ ਲਿਆਂਦੀ ਜਾ ਰਹੀ ਹੈ। ਇਨਸਾਫ ਲੱਗਦਾ ਨਹੀਂ 2022 ਤੱਕ ਫੇਰ ਐਂ ਘੜੀਸੀ ਜਾਣਾ। ਜਿਵੇਂ ਮੰਡ ਸਾਹਿਬ ਕਹਿੰਦੇ ਸੀ ਕਿ ਮੋਰਚਾ ਤਾਂ ਚੱਲ ਰਿਹਾ, ਚੱਕਤਾ ਤਾਂ ਫੇਰ ਵੀ ਚੱਲ ਰਿਹਾ। ਉਹ ਗੱਲ ਸੁਣ ਲਓ, ਜਿਹੜਾ ਜਥੇਦਾਰ ਮੰਡ ਸਾਹਿਬ ਨੇ ਕਿਹਾ ਸੀ ਕਿ ਮੈਂ 2 ਮਹੀਨੇ ਦਾ ਅਲਟੀਮੇਟਮ ਦੇਣਾ ਸਰਕਾਰ ਨੂੰ, ਨਹੀਂ ਤਾਂ ਮੈਂ ਮੋਰਚਾ ਲਾਊਂ। ਅਸੀਂ ਜਥੇਦਾਰ ਮੰਡ ਸਾਹਿਬ ਨੂੰ ਕਿਹਾ ਵੀ ਹੁਣ ਤੁਸੀਂ ਡਰਾਮਾ ਨਾ ਕਰੋ, ਤੁਸੀਂ ਜਿਹੜਾ ਹੈਗਾ ਤੁਸੀਂ ਜਿਹੜਾ ਡਿਸੀਜਨ ਗਲਤ ਲਿਆ ਸਮਾਪਤੀ ਦਾ ਬਿਨਾਂ ਸਾਰਿਆਂ ਦੀ ਸਹਿਮਤੀ ਤੋਂ, ਉਹ ਗਲਤ ਆ। ਜਿਹੜੀਆਂ ਜਥੇਬੰਦੀਆਂ ਨੇ ਸੰਘਰਸ਼ ਕੀਤਾ ਉਹ ਸੰਘਰਸ਼ ਅੱਜ ਵੀ ਕਰ ਰਹੀਆਂ ਨੇ। ਉਹਨਾਂ ਨੇ ਪਰਸੋਂ ਬਰਗਾੜੀ ਦੇ ਵਿੱਚ ਜਿਹੜਾ ਵਾ ਸੰਘਰਸ਼ ਕੀਤਾ ਵਾ, ਜਿੰਨੀਆਂ ਸਹਿਯੋਗੀ ਜਥੇਬੰਦੀਆਂ ਸੀ ਬਰਗਾੜੀ ਇਨਸਾਫ ਮੋਰਚੇ ਦੀਆਂ, ਤੇ ਕੱਲ ਜਿਹੜਾ ਹੈਗਾ ਉੱਥੇ ਪਾਠ ਕਰਕੇ ਸ਼ੁਕਰਾਨਾ ਕੀਤਾ ਵਾ। ਬਰਗਾੜੀ ਦਾ ਇਨਸਾਫ ਮੋਰਚਾ ਜਿਹੜਾ ਸੀ ਉਹ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਸੀ। ਅੱਜ ਵੀ ਉਹ ਜਿਹੜੀਆਂ ਜਥੇਬੰਦੀਆਂ ਸੀਗੀਆਂ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ, ਮੇਰੇ ਸਮੇਤ ਉੱਥੇ ਅਸੀਂ ਜਿਹੜਾ ਅੱਜ ਵੀ ਸੰਘਰਸ਼ ਸਰਕਾਰ ਤੇ ਦਬਾਅ ਪਾਉਣ ਵਾਸਤੇ ਜਿਹੜੇ ਸਮਾਗਮ ਜਿਹੜੇ ਅਸੀਂ ਕਰ ਰਹੇ ਹਾਂ, ਲੋਕਡਾਊਨ ਕਰਕੇ ਕਾਨੂੰਨੀ ਜਿਹੜੀ ਡਾਇਰੈਕਸ਼ਨ ਆ ਜਾਂ ਮੈਡੀਕਲ ਡਾਇਰੈਕਸ਼ਨ ਆ, ਉਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ 'ਚ ਰੱਖ ਕੇ, ਪਰ ਸਰਕਾਰ ਨੂੰ ਅਸੀਂ ਦਬਾਅ ਬਣਾ ਰਹੇ ਕਿ ਸਰਕਾਰ ਆਪਣੇ ਕੀਤੇ ਵਾਅਦੇ ਪੂਰੇ ਕਰੇ, ਇਨਸਾਫ ਕਰੇ। ਅਸੀਂ ਇਨਸਾਫ ਚਾਹੁੰਦੇ ਹਾਂ। ਜਥੇਦਾਰ ਮੰਡ ਸਾਹਿਬ ਨੂੰ ਸਿਰਫ ਕਹਿੰਦੇ ਆ ਕਿ ਉਹ ਹੁਣ ਆਰਾਮ ਨਾਲ ਰੱਬ ਕਰਨ, ਭਾਵੇਂ ਉਹਨਾਂ ਨੂੰ ਵੀ ਹੱਕ ਆ ਜੋ ਮਰਜ਼ੀ ਕਰਨ, ਹਰੇਕ ਬੰਦੇ ਕੋਲੇ ਹੱਕ ਆ ਜੋ ਮਰਜ਼ੀ ਕਰੇ, ਪਰ ਉਹਨਾਂ ਨੂੰ ਅਸੀਂ ਇਹ ਕਹਿਣ ਦਾ ਹੱਕ ਰੱਖਦੇ ਹਾਂ ਕਿ ਉਹਨਾਂ ਨੇ ਉਦੋਂ ਸਾਡੀ ਸਹਿਮਤੀ ਦੇ ਜਿਹੜਾ ਹੈਗਾ ਖਿਲਾਫ ਜਾ ਕੇ ਕਿਸੇ ਜਥੇਬੰਦੀ ਨੂੰ ਸਹਿਮਤ ਨਹੀਂ ਕੀਤਾ, ਤੇ ਉਹਨਾਂ ਡਿਸੀਜਨ ਖੁਦ ਲੈ ਲਿਆ ਵੀ ਉਹ ਡਰਾਮਾ ਨਾ ਕਰਨ। ਬਾਕੀ ਜਥੇਬੰਦੀਆਂ ਨੇ ਸੰਘਰਸ਼ ਕੀਤਾ, ਉਹ ਅੱਜ ਵੀ ਕਰ ਰਹੀਆਂ ਨੇ, ਤੇ ਉਸੇ ਦਾ ਦਬਾਅ ਆ, ਇਹ ਪ੍ਰੈਸ਼ਰ ਬਿਲਡ ਹੋ ਰਿਹਾ ਸਰਕਾਰ ਤੇ ਕਿ ਕਾਰਵਾਈ ਅੱਗੇ। ਹੁਣ ਅਸੀਂ ਉਹਨਾਂ ਨੂੰ ਗ੍ਰਿਫਤਾਰੀਆਂ ਤਾਂ ਕਰਾਤੀਆਂ ਜਿਨ੍ਹਾਂ ਬੇਅਦਬੀ ਕੀਤੀ ਆ, ਸੌਦਾ ਸਾਧ ਵੀ ਨਾਮਜ਼ਦ ਕਰ ਲਿਆ ਦੋਸ਼ੀ। ਹੁਣ ਅਸੀਂ ਦਬਾਅ ਬਣਾ ਕੇ ਉਹਨੂੰ ਸੌਦਾ ਸਾਧ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਪੰਜਾਬ ਲਿਆਉਣਾ, ਵੀ ਪੰਜਾਬ ਸਰਕਾਰ ਲਿਆਏ, ਪੰਜਾਬ ਪੁਲਿਸ ਲਿਆਏ, ਉਹਦੀ ਪੁੱਛਗਿੱਛ ਕਰੇ, ਤੇ ਉਦੋਂ ਬਾਅਦ ਜਿਨ੍ਹਾਂ ਨੇ ਬਚਾਇਆ ਅੱਜ ਤੱਕ ਦੋਸ਼ੀਆਂ ਨੂੰ ਉਹਨਾਂ ਨੂੰ ਜਾਂਚ ਦਾ ਹਿੱਸਾ ਬਣਾਵੇ, ਤੇ ਨਾਲ ਜਿਨ੍ਹਾਂ ਨੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ, ਸਿੰਘਾਂ ਨੂੰ ਸ਼ਹੀਦ ਕਰਨ ਦੇ, ਜ਼ਖਮੀ ਕਰਨ ਦੇ, ਉਹਨਾਂ ਨੂੰ ਵੀ ਜਾਂਚ ਦਾ ਹਿੱਸਾ ਬਣਾਓ। ਇਹ ਤੁਹਾਨੂੰ ਨਹੀਂ ਲੱਗਦਾ ਦਾਦੂਵਾਲ ਸਾਹਿਬ ਕਿ ਸਾਰੇ ਮਸਲੇ ਦੇ ਉੱਤੇ ਇਕਜੁੱਟ ਹੋਣ ਦੀ ਲੋੜ ਹੈ? ਜਿਹੜੀਆਂ ਤੁਹਾਡੀਆਂ ਨਾਰਾਜ਼ਗੀਆਂ ਨੇ ਉਹ ਬਹਿ ਕੇ ਨਿਬੇੜ ਲੀਆਂ ਜਾਣ। ਜੇ ਇਕਜੁੱਟ ਹੋਵੋਗੇ ਤਾਂ ਹੀ ਆਵਾਜ਼ ਇੱਕ ਥਾਂ ਤੇ ਪਹੁੰਚੇਗੀ ਨਾ। ਤੁਸੀਂ ਕੁਝ ਹੋਰ ਆਵਾਜ਼ ਚੁੱਕਦੇ ਹੋ, ਮੰਡ ਸਾਹਿਬ ਕੁਝ ਹੋਰ ਸੁਨੇਹਾ ਦੇ ਦਿੰਦੇ ਨੇ, ਆਪਣੇ ਜਥੇਦਾਰ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ ਦਾ ਸੁਨੇਹਾ ਹੋਰ ਹੁੰਦਾ। ਅਲੱਗ-ਅਲੱਗ ਜਥੇਦਾਰ ਬਣੇ ਹੋਏ ਨੇ, ਕੌਮ ਨੂੰ ਇੱਕ ਅਗਵਾਈ ਨਹੀਂ ਮਿਲ ਰਹੀ। ਭੰਬਲ ਭੂਸੇ 'ਚ ਪੈਂਦੀ ਕੌਮ, ਕੋਈ ਕਿਤੋਂ ਸੁਨੇਹਾ ਦੇ ਦਿੰਦਾ, ਕੋਈ ਕਿਤੋਂ ਸੁਨੇਹਾ ਦੇ ਦਿੰਦਾ। ਜਿੱਥੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਗੱਲ ਆ, ਦੇਖੋ ਐਸਜੀਪੀਸੀ ਦੇ ਲਾਏ ਜਥੇਦਾਰ, ਜਿਸ ਦਿਨ ਤੋਂ ਬੇਅਦਬੀ ਹੋਈ ਆ
ਐਸਜੀਪੀਸੀ ਦਾ ਜਥੇਦਾਰ ਤਾਂ ਬਰਗਾੜੀ ਬਹਿਬਲ ਆਇਆ ਹੀ ਨਹੀਂ, ਨਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਇਆ ਉੱਥੇ। ਜਿੰਨਾ ਚਿਰ ਬੇਅਦਬੀ ਹੋਈ, ਮੋਰਚਾ ਚੱਲਿਆ, ਜਦੋਂ ਬੇਅਦਬੀ ਤੋਂ ਬਾਅਦ ਸੰਘਰਸ਼ ਹੋਇਆ, ਅੱਜ ਤੱਕ ਨਾ ਗਿਆਨੀ ਹਰਪ੍ਰੀਤ ਸਿੰਘ ਉੱਥੇ ਅੱਜ ਤੱਕ ਆਇਆ ਵਾ, ਨਾ ਉਹਨੇ ਇਨਸਾਫ ਲਈ ਆਵਾਜ਼ ਜਿਹੜੀ ਆ ਬੁਲੰਦ ਕੀਤੀ ਆ। ਉਹ ਤਾਂ ਕਦੇ ਕਦੇ ਬਿਆਨਬਾਜ਼ੀ ਮਾੜੀ ਮੋਟੀ ਕਰ ਛੱਡਦੇ, ਪਰ ਅੱਜ ਤੱਕ ਉਹ ਨਾ ਬਰਗਾੜੀ, ਨਾ ਜਵਾਹਰ ਸਿੰਘ ਵਾਲਾ, ਨਾ ਸ਼ਹੀਦਾਂ ਦੇ ਪਰਿਵਾਰਾਂ 'ਚ ਕਿੱਥੇ ਗਏ ਆ ਮੈਨੂੰ ਦੱਸੋ। ਮੰਡ ਸਾਹਿਬ ਨੂੰ ਅਸੀਂ ਤਾਂ ਕਹਿੰਦੇ ਆ ਕਿ ਮੰਡ ਸਾਹਿਬ ਨੇ ਉਦੋਂ ਸਿਖਰ ਤੇ ਗਿਆ ਸੀ ਮੋਰਚਾ। ਇਹ ਸਾਰਾ ਕੁਝ ਜਿਹੜਾ ਹੁਣ ਬਾਅਦ 'ਚ ਹੋ ਰਿਹਾ ਵਾ, ਇਹ ਉਦੋਂ ਹੀ ਹੋ ਜਾਣਾ ਸੀ ਤੁਰੰਤ। ਬੰਦੀ ਸਿੰਘਾਂ ਦੀਆਂ ਕਈਆਂ ਦੀਆਂ ਰਿਹਾਈਆਂ ਵੀ ਹੋ ਜਾਣੀਆਂ ਸੀ, ਜੇਲ੍ਹ ਤਬਦੀਲੀਆਂ ਵੀ ਹੋ ਜਾਣੀਆਂ ਸੀ, ਸਰਕਾਰ ਹਰਕਤ 'ਚ ਸੀਗੀ। ਪਰ ਜਦੋਂ ਉਹਨਾਂ ਨੇ ਸਾਡੀ ਸਹਿਮਤੀ ਤੋਂ ਬਿਨਾਂ ਮੋਰਚਾ ਜਿਹੜਾ ਪਹਿਲਾਂ ਉਠਾ ਦਿੱਤਾ, ਉਹਦੇ ਕਰਕੇ ਸਾਰਾ ਕੁਝ ਬ੍ਰੇਕਾਂ ਲੱਗ ਗਈਆਂ, ਸਾਰਾ ਕੁਝ ਸਲੋ ਹੋ ਗਿਆ। ਹੁਣ ਦੁਬਾਰਾ ਪ੍ਰੈਸ਼ਰ ਬਿਲਡ ਕਰ ਰਹੇ ਆ ਤੇ ਤਾਂ ਕਰਕੇ ਸਰਕਾਰ ਦੁਬਾਰਾ ਹਿੱਲੀ ਆ ਵੀ ਜੇਕਰ ਅਸੀਂ ਨਾ ਕੀਤਾ ਤਾਂ ਸਿੱਖ ਜਥੇਬੰਦੀਆਂ ਨੇ, ਇਹਨਾਂ ਨੇ ਰਲ ਕੇ ਜਿਹੜਾ ਮੋਰਚਾ ਜਿਹੜਾ ਬਰਗਾੜੀ ਚਲਾ ਦੇਣਾ ਵਾ, ਤੇ ਸਾਨੂੰ ਇਹ ਕਰਨਾ ਪੈਣਾ ਸਰਕਾਰ ਨੂੰ। ਅਸੀਂ ਪ੍ਰੈਸ਼ਰ ਬਿਲਡ ਕਰ ਰਹੇ ਹਾਂ। ਜਥੇਦਾਰ ਮੰਡ ਸਾਹਿਬ ਦਾ ਜਾਤੀ ਤੌਰ ਤੇ ਸਾਡਾ ਕੋਈ ਵਿਰੋਧ ਨਹੀਂ, ਅਸੀਂ ਸਤਿਕਾਰ ਕਰਦੇ ਹਾਂ, ਪਰ ਜਿਹੜਾ ਉਹਨਾਂ ਨੇ ਇਸ ਮੋਰਚੇ ਦਾ ਡਿਸੀਜਨ ਕੀਤਾ ਉਹਦੇ ਨਾਲ ਨਾ ਕੋਈ ਜਥੇਬੰਦੀ ਸਹਿਮਤ ਆ, ਨਾ ਅਸੀਂ ਸਹਿਮਤ ਆ। ਇਸ ਕਰਕੇ ਅਸੀਂ ਜਥੇਦਾਰ ਮੰਡ ਸਾਹਿਬ ਨੂੰ ਕਹਿੰਦੇ ਆ ਵੀ ਉਹ ਹੁਣ ਚੱਲ ਰਹੀ ਜਾਂਚ ਵਿੱਚ ਕੋਈ ਰੁਕਾਵਟ ਨਾ ਬਣਨ, ਉਹ ਰੱਬ ਕਰਨ ਤੇ ਜਥੇਬੰਦੀਆਂ ਜਿਹੜੀਆਂ ਸੰਘਰਸ਼ ਕਰ ਰਹੀਆਂ ਉਹਨਾਂ ਨੂੰ ਕਰਨ ਦੇਣ। ਜਿੱਥੋਂ ਤੱਕ ਗੱਲ ਆ ਬੇਅਦਬੀ ਦੇ, ਇਨਸਾਫ ਦੇ ਸੰਘਰਸ਼ ਦੀ, ਜਿਹੜੇ ਜਥੇਦਾਰਾਂ ਦੀ ਤੁਸੀਂ ਗੱਲ ਕੀਤੀ ਹੈ ਐਸਜੀਪੀਸੀ ਦੇ, ਉਹ ਤਾਂ ਕਦੇ ਆਏ ਹੀ ਨਹੀਂ ਇੱਥੇ। ਇਹ ਤਾਂ ਸਰਬੱਤ ਖਾਲਸਾ ਦੇ ਥਾਪੇ ਜਥੇਦਾਰਾਂ ਤੇ ਸਰਬੱਤ ਖਾਲਸਾ ਜਥੇਬੰਦੀਆਂ ਨੇ ਸੰਘਰਸ਼ ਕੀਤਾ, ਤੇ ਸਾਰਿਆਂ ਨੇ ਜਿਹਨੂੰ ਸਹਿਯੋਗ ਦਿੱਤਾ ਦੁਨੀਆ ਭਰ ਦੇ ਵਿੱਚੋਂ ਸੰਗਤਾਂ ਨੇ, ਗੈਰ ਸਿੱਖ ਜਥੇਬੰਦੀਆਂ ਨੇ, ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬੋਧੀਆਂ, ਜੈਨੀਆਂ ਨੇ, ਤੇ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੇ ਵਿੱਚ, ਤੇ ਕਿਸਾਨ ਯੂਨੀਅਨਾਂ, ਸਭਾ ਸੁਸਾਇਟੀਆਂ, ਉਹਨਾਂ ਨੇ ਵੀ ਸਭ ਨੇ ਸਹਿਯੋਗ ਦਿੱਤਾ। ਤੇ ਜੇਕਰ ਸਰਕਾਰ ਨਹੀਂ ਕਰਦੀ ਤੇ ਜੇ ਉੱਥੇ ਇਦਾਂ ਦੇ ਹਾਲਾਤ ਬਣਦੇ ਆ ਮੁੜ ਮੋਰਚੇ ਵਾਲੇ, ਤਾਂ ਇਹਦੇ ਲਈ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਊਗੀ, ਉਹਨੂੰ ਇਨਸਾਫ ਕਰਨਾ ਚਾਹੀਦਾ। ਜੀ, ਤੇ ਅਖੀਰ ਵਿੱਚ ਇਹ ਦੱਸੋ ਕਿ ਭਾਈ ਅਮਰੀਕ ਸਿੰਘ ਅਜਨਾਲਾ ਤੁਹਾਡੇ ਨਾਲ ਨੇ ਇਸ ਮਸਲੇ ਦੇ ਵਿੱਚ ਕਿ ਭਾਈ ਮੰਡ ਹੋਰਾਂ ਦੇ ਨਾਲ ਨੇ? ਦੇਖੋ, ਜਥੇਦਾਰ ਅਜਨਾਲਾ ਸਾਹਿਬ ਤਾਂ ਉਸ ਮੋਰਚੇ ਵਿੱਚੋਂ ਪਹਿਲਾਂ ਹੀ ਚਲੇ ਗਏ ਸੀਗੇ, ਜਦੋਂ ਮੋਰਚਾ ਚੱਲ ਰਿਹਾ ਸੀ ਅਜੇ ਉਸ ਵੇਲੇ ਪਹਿਲਾਂ ਹੀ ਚਲੇ ਗਏ ਸੀ। ਹੁਣ ਕੱਲ ਜਿਹੜਾ ਪ੍ਰੋਗਰਾਮ ਹੋਇਆ ਦੇਖੋ, ਉਹਦੇ ਚ ਜਥੇਦਾਰ ਅਜਨਾਲਾ ਸਾਹਿਬ ਨੇ ਆਪਣਾ ਜਥਾ ਭੇਜਿਆ, ਭਾਈ ਮਨਪ੍ਰੀਤ ਸਿੰਘ ਅਜਨਾਲਾ ਉਹਦੇ ਵਿੱਚ ਆਏ ਨੇ। ਅੱਜ ਜਥਾ ਆਇਆ, ਕੱਲ ਨੂੰ ਆਪ ਆ ਜਾਣਗੇ। ਇਹਦੇ ਵਿੱਚ ਉਹ ਵੀ ਇਨਸਾਫ ਚਾਹੁੰਦੇ ਆ, ਉਹਨਾਂ ਦੀ ਨਾਰਾਜ਼ਗੀ ਸੀ ਜਥੇਦਾਰ ਮੰਡ ਸਾਹਿਬ ਨਾਲ, ਉਹਨਾਂ ਦੀ ਵੀ ਉਹ ਜਿਹੜਾ ਹੈਗਾ ਸਹਿਮਤੀ ਦੇ ਨਾਲ ਜਿਹੜਾ ਨਹੀਂ ਚੱਲਦੇ, ਉਹ ਡਿਕਟੇਟਰਸ਼ਿਪ ਕਰਦੇ ਆ। ਜਦੋਂ ਕਿ ਪੰਥ ਦਾ ਮਸਲਾ, ਕੌਮ ਦਾ ਮਸਲਾ ਸਾਰਿਆਂ ਦੀ ਸਲਾਹ ਨਾਲ ਹੱਲ ਹੋਣਾ ਚਾਹੀਦਾ। ਇਹਦੇ ਚ ਕੋਈ ਵੱਡਾ ਨਹੀਂ ਆ, ਨਾ ਮੈਂ ਵੱਡਾ ਨਾ ਦੂਸਰਾ ABC, ਕੋਈ ਨਹੀਂ। ਇੱਥੇ ਪੰਥ ਵੱਡਾ, ਕੌਮ ਵੱਡੀ ਆ, ਸੰਗਤਾਂ ਵੱਡੀਆਂ ਨੇ। ਤੇ ਇਹੀ ਗੱਲ ਮੈਂ ਜਥੇਦਾਰ ਮੰਡ ਸਾਹਿਬ ਨੂੰ ਕਹੀ ਸੀ ਵੀ ਜੇ 9 ਤਰੀਕ ਨੂੰ ਸਰਕਾਰ ਆ ਕੇ ਉੱਥੇ ਫੈਸਲਾ ਦਿੰਦੀ ਹੈ ਕੁਛ 9 ਦਸੰਬਰ ਨੂੰ, ਤੇ ਆਪਾਂ ਨੂੰ ਉਦੋਂ ਮੋਰਚਾ ਨਹੀਂ ਉਠਾਉਣਾ ਚਾਹੀਦਾ। ਮੋਰਚਾ 16 ਤਰੀਕ ਤੱਕ ਤੁਸੀਂ ਰੱਖੋ। 16 ਨੂੰ ਪੰਥ ਦਾ ਇਕੱਠ ਸੱਦ ਲਓ, ਸਾਰੀਆਂ ਜਥੇਬੰਦੀਆਂ ਦਾ ਇਕੱਠ ਸੱਦ ਲਓ ਜਿਨ੍ਹਾਂ ਨੇ ਸਹਿਯੋਗ ਦਿੱਤਾ, ਤੇ ਸੰਗਤਾਂ ਦਾ ਉਹਨਾਂ ਦੀ ਰਾਏ ਲਈ ਜਾਵੇ ਵੀ ਭਾਈ ਸਰਕਾਰ ਆਹ ਕੁਝ ਮੰਨ ਰਹੀ ਆ। ਨਾਲੇ ਸਾਡੇ ਕੋਲ ਲਿਖਤੀ ਤੌਰ ਤੇ ਸਰਕਾਰ ਮੰਨਣ ਵਾਸਤੇ ਆ ਰਹੀ, ਲਿਖਤੀ ਸਾਡੇ ਕੋਲ ਡੋਜੀਅਰ ਆ ਰਹੇ ਸੀ ਸਰਕਾਰ ਦੇ, ਪਰ ਜਥੇਦਾਰ ਮੰਡ ਸਾਹਿਬ ਨੇ ਨਾ ਕੋਈ ਲਿਖਤੀ ਡੋਜੀਅਰ ਲਿਆ, ਨਾ ਕੋਈ ਅਲਟੀਮੇਟਮ ਦਿੱਤਾ। ਪਤਾ ਨਹੀਂ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਜਿਹੜਾ ਸਮਝੌਤਾ ਕਰ ਲਿਆ। ਤਾਂ ਹੀ ਅੱਜ ਤੱਕ ਜਥੇਦਾਰ ਮੰਡ ਸਾਹਿਬ ਦੇ ਸਾਹਮਣੇ ਸਾਡੇ ਸਵਾਲ ਖੜੇ ਆ ਕਿ ਜਥੇਦਾਰ ਮੰਡ ਸਾਹਿਬ ਨਾਲ ਸਾਡਾ ਕੋਈ ਜਾਤੀ ਵਿਰੋਧ ਨਹੀਂ। ਉਹ ਇਹ ਦੱਸਣ ਕਿ ਉਹਨਾਂ ਨੂੰ ਮੋਰਚਾ ਚੁੱਕਣ ਦੀ ਕਾਹਲੀ ਕੀ ਸੀਗੀ, ਜਾਂ ਉਹਨਾਂ ਦੀ ਮਜਬੂਰੀ ਕੀ ਸੀ, ਜਾਂ ਉਹਨਾਂ ਦਾ ਸਰਕਾਰ ਨਾਲ ਸਮਝੌਤਾ ਕੀ ਹੋਇਆ, ਕਿਉਂਕਿ ਇਸ ਸਮਝੌਤੇ 'ਚ ਜਥੇਦਾਰ ਮੰਡ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸੀਗਾ। ਜਥੇਦਾਰ ਮੰਡ ਸਾਹਿਬ ਨੇ ਜਿਹੜੀ ਗੱਲ ਕੀਤੀ, ਮੈਂ ਇਸ ਗੱਲ ਦਾ ਖੁਲਾਸਾ 4 ਦਿਨ ਪਹਿਲਾਂ ਇੱਕ ਇੰਗਲੈਂਡ ਦੇ ਜਿਹੜਾ ਵੈਬ ਚੈਨਲ ਜਿਹੜਾ ਚੱਲਦਾ TV, ਉਹਦੇ ਉੱਤੇ ਕਰ ਚੁੱਕਾ, ਤੇ ਅੱਜ ਵੀ ਉਹ ਜਿਹੜੀ ਵੀਡੀਓ ਆ ਉਸ ਵੈਬ ਚੈਨਲ ਦੀ ਅੱਜ ਵੀ ਮੌਜੂਦ ਆ, ਕੋਈ ਵੀ ਸੁਣ ਸਕਦਾ ਉਸ ਨੂੰ। ਆਵਾਜ਼ੇ ਕੌਮ ਦੇ ਉੱਤੇ ਅੱਜ ਵੀ ਉਹ ਪਈ ਹੋਈ ਆ, ਜਿਹੜੀ 199 ਦਿਨ ਜਿੱਦਣ ਮੋਰਚੇ ਦਾ ਸੀ, ਮੈਂ ਉਸ ਦਿਨ ਇਹਦਾ ਜਿਹੜਾ ਸੀ ਖੁਲਾਸਾ ਕਰ ਦਿੱਤਾ ਸੀ ਵੀ ਸਮਝੌਤਾ ਕੌਣ ਕਰ ਰਿਹਾ। ਮੈਨੂੰ ਇਸ ਬਾਰੇ ਜਾਣਕਾਰੀ ਨਹੀਂ, ਇਹਦੇ ਬਾਰੇ ਜਥੇਦਾਰ ਮੰਡ ਸਾਹਿਬ ਦੱਸ ਸਕਦੇ। ਜੋ ਜਥੇਦਾਰ ਮੰਡ ਸਾਹਿਬ ਦੱਸ ਰਹੇ, ਉਹਨਾਂ ਦੀ ਗੱਲਬਾਤ ਹੋ ਰਹੀ, ਉਹ ਬਰੀਫ ਕੀਤਾ ਜਾ ਰਿਹਾ। ਤੇ ਜਦੋਂ ਸਾਨੂੰ ਲੱਗਿਆ ਸੀ ਵੀ ਸਰਕਾਰ ਮੁੱਕਰ ਸਕਦੀ ਆ, ਤਾਂ ਅਸੀਂ ਜਥੇਦਾਰ ਮੰਡ ਸਾਹਿਬ ਨੂੰ ਕਿਹਾ ਸੀ ਵੀ ਆਪਾਂ ਲਿਖਤੀ ਲਈਏ ਸਰਕਾਰ ਦੇ ਕੋਲੋਂ, ਤੇ ਨਾਲੇ ਅਲਟੀਮੇਟਮ ਦਈਏ। ਪਰ ਜਥੇਦਾਰ ਮੰਡ ਸਾਹਿਬ ਨਾਲ ਉਹਨਾਂ ਦੀ ਕੀ ਗੱਲ ਹੋਈ ਹੈ ਤਾਂ ਉਹੀ ਦੱਸ ਸਕਦੇ ਕਿ ਉਹਨਾਂ ਨਾ ਲਿਖਤੀ ਲਿਆ, ਨਾ ਉਦੋਂ ਉਹਨਾਂ ਨੇ ਅਲਟੀਮੇਟਮ ਦਿੱਤਾ, ਤੇ ਅੱਜ ਇਸ ਕਰਕੇ ਉਹਨਾਂ ਦੇ ਅਲਟੀਮੇਟਮ ਕੁਝ ਮਹਿਣਾ ਨਹੀਂ ਰੱਖਦੇ। ਠੀਕ ਹੈ। ਜਾਂਦੇ ਜਾਂਦੇ ਇਹ ਦੱਸੋ ਕਿ ਜਿਹੜਾ ਰੈਫਰੈਂਡਮ 2020 ਵਾਲਾ ਰੌਲਾ ਰੱਪਾ ਪੈ ਰਿਹਾ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਤੁਹਾਨੂੰ ਲੱਗਦਾ ਨਹੀਂ ਕਿ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ? ਪੰਜਾਬ ਦੇ ਨੌਜਵਾਨ ਬੇਵਜ੍ਹਾ ਜਿਹੜੇ ਉਹ ਇਸ ਦੇ ਪਿੱਛੇ ਲੱਗ ਕੇ ਕਿਤੇ ਨਾ ਕਿਤੇ ਜੇਲ੍ਹਾਂ ਵਿੱਚ ਧੱਕੇ ਜਾ ਰਹੇ ਨੇ।
ਦੇਖੋ ਇਹਦੇ ਬਾਰੇ ਜਿਹੜਾ ਹੈਗਾ, ਜਿਹੜੇ ਰੈਫਰੈਂਡਮ ਕਰਾ ਰਹੇ ਵੀਰ ਆ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਉਹ ਕੀ ਹੈ, ਤੇ ਜਿਹੜੇ ਆ ਇਸ ਚੀਜ਼ ਦਾ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੇ, ਵੱਖਰੇ ਸਿੱਖ ਰਾਜ ਵਾਸਤੇ, ਆਪਣਾ ਖਾਲਿਸਤਾਨ ਵਾਸਤੇ, ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਲੰਬੇ ਸਮੇਂ ਤੋਂ ਤੇ ਕਾਨੂੰਨੀ ਤਰੀਕੇ ਦੇ ਨਾਲ ਬਕਾਇਦਾ ਸੁਪਰੀਮ ਕੋਰਟ ਤੋਂ ਉਹਨਾਂ ਨੇ ਇਸ ਗੱਲ ਦੀ ਇਜਾਜ਼ਤ ਵੀ ਹਾਸਲ ਕੀਤੀ ਹੈ, ਤੇ ਦਲ ਖਾਲਸਾ ਵਾਲੇ ਉਹਨਾਂ ਨੇ ਕੁਝ ਸਵਾਲ ਰੈਫਰੈਂਡਮ ਦੇ ਸੰਚਾਲਕਾਂ ਨੂੰ ਕੀਤੇ ਆ। ਜੇ ਉਹਨਾਂ ਗੱਲਾਂ ਦਾ ਅੱਜ ਤੱਕ ਉਹਨਾਂ ਨੂੰ ਜਵਾਬ ਨਹੀਂ ਮਿਲਿਆ, ਉਹਨਾਂ ਨੂੰ ਉਹ ਜਵਾਬ ਦੇਣ, ਉਹਨਾਂ ਨਾਲ ਤਾਲਮੇਲ ਕਰਨ, ਤਾਂ ਫਿਰ ਇਸ ਤੇ ਅਗਲੀ ਜਿਹੜੀ ਵਿਚਾਰ ਕੀਤੀ ਜਾ ਸਕਦੀ ਹੈ ਵੀ ਇਹ ਰੈਫਰੈਂਡਮ ਕੀ ਹੈ ਤੇ ਕੀ ਨਹੀਂ ਹੈ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਿੱਖਾਂ ਦੇ ਅੰਦਰ ਜਜ਼ਬਾ ਵਾ, ਜਜ਼ਬਾ ਪੰਥ ਦੀ ਗੱਲ, ਸਿੱਖੀ ਦੀ ਗੱਲ ਲਈ ਹਮੇਸ਼ਾ ਤਿਆਰ ਹੋ ਜਾਂਦੇ ਆ। ਪੰਜਾਬ ਸਰਕਾਰ ਉਹਨਾਂ ਤੇ ਜ਼ੁਲਮ ਕਰ ਰਹੀ ਹੈ, ਇਹ ਜ਼ੁਲਮ ਦਾ ਮੈਂ ਸਮਝਦਾ ਕਿ ਰਾਹ ਖੁੱਲਿਆ, ਪਰ ਪੰਜਾਬ ਸਰਕਾਰ ਨੂੰ ਇਹ ਜਿਹੜਾ ਵਿਦਆਊਟ ਵਾਇਲੈਂਸ ਕੋਈ ਵੀ ਗੱਲ ਆਪਣੇ ਧਰਮ ਦੀ, ਜੇ ਇੱਥੇ ਹਿੰਦੁਸਤਾਨ ਕਹਿਣ ਤੇ ਜਾਂ ਹਿੰਦੂ ਰਾਸ਼ਟਰ ਕਹਿਣ ਤੇ ਕੋਈ ਮੁਕੱਦਮਾ ਦਰਜ ਨਹੀਂ ਹੁੰਦਾ ਭਾਰਤ ਵਿੱਚ, ਤਾਂ ਫਿਰ ਸਿੱਖਾਂ ਦੀਆਂ ਵੀ ਬਹੁਤ ਵੱਡੀਆਂ ਕੁਰਬਾਨੀਆਂ ਨੇ ਭਾਰਤ ਦੀ ਆਜ਼ਾਦੀ ਵਾਸਤੇ। ਇੱਥੇ ਸਿੱਖਾਂ ਨੂੰ ਵੱਖਰਾ ਸਿੱਖ ਰਾਜ ਕਹਿਣ ਦੀ, ਆਪਣੇ ਖਿਆਲਾਤ ਪ੍ਰਗਟ ਕਰਨ ਦੀ ਖੁੱਲ੍ਹ ਆ, ਤੇ ਸੁਪਰੀਮ ਕੋਰਟ ਸੰਵਿਧਾਨ ਉਹਨਾਂ ਨੂੰ ਅਧਿਕਾਰ ਦਿੰਦਾ, ਤੇ ਇਸ ਕਰਕੇ ਉਹਨਾਂ ਤੇ ਤਸ਼ੱਦਦ ਨਹੀਂ ਹੋਣਾ ਚਾਹੀਦਾ। ਪੰਜਾਬ ਸਰਕਾਰ ਤੁਰੰਤ ਬੰਦ ਕਰੇ ਜਿਹੜੇ ਝੂਠੇ ਮੁਕੱਦਮੇ ਆ, ਤੇ ਜਿਹੜੇ ਇਸ ਰੈਫਰੈਂਡਮ ਦੇ ਨਾਂ ਤੇ ਸਿੱਖ ਫੜੇ ਆ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਉਹਨਾਂ ਦੀਆਂ ਜਵਾਨੀਆਂ ਜਿਹੜੀਆਂ ਨੇ ਉਹ ਗਾਲੀਆਂ ਨਾ ਜਾਣ ਜੇਲ੍ਹਾਂ ਦੇ ਅੰਦਰ। ਇਹਦਾ ਮੈਂ ਸਖਤ ਵਿਰੋਧ ਪਹਿਲਾਂ ਵੀ ਕੀਤਾ ਵਾ, ਤੇ ਹੁਣ ਵੀ ਮੈਂ ਸਖਤ ਵਿਰੋਧ ਕਰਦਾ ਕਿ ਜਿਹੜੇ ਰੈਫਰੈਂਡਮ ਦੇ ਨਾਂ ਤੇ ਸਿੱਖ ਨੌਜਵਾਨ ਫੜੇ ਆ ਉਹਨਾਂ ਨੂੰ ਪੰਜਾਬ ਸਰਕਾਰ ਤੁਰੰਤ ਰਿਹਾ ਕਰੇ, ਤੇ ਜਿਹੜੇ ਕਾਲੇ ਕਾਨੂੰਨ ਬਣਾਏ ਇਹਨਾਂ ਦੀ ਦੁਰਵਰਤੋਂ ਸਿੱਖਾਂ ਤੇ ਨਾ ਕੀਤੀ ਜਾਵੇ। ਦਾਦੂਵਾਲ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਇਸ ਸਭ ਦੇ ਵਾਸਤੇ ਇੱਕ ਮਤਲਬ ਕਿ ਸਿੱਖ ਆਗੂ ਨੂੰ ਅਗਵਾਈ ਹੋਣੀ ਚਾਹੀਦੀ ਹੈ, ਭਾਵੇਂ ਉਹ ਜਥੇਦਾਰ ਹੋਵੇ, ਭਾਵੇਂ ਉਹ ਕਿਤੋਂ ਵੀ ਮੈਂਬਰ ਲਿਆ ਕੇ ਕੋਈ ਸਿੱਖਾਂ ਦਾ ਅੱਗੇ ਖੜਾ ਕੀਤਾ ਜਾਵੇ? ਦੇਖੋ ਜਿੰਨੇ ਸਿੱਖਾਂ ਦੇ ਮਸਲੇ ਨੇ, ਭਾਵੇਂ ਬੇਅਦਬੀਆਂ ਦਾ ਮਸਲਾ, ਭਾਵੇਂ ਗੋਲੀकांड ਦੇ ਮਸਲੇ, ਜਿਹੜਾ ਵੀ ਮਸਲਾ, ਭਾਵੇਂ ਗੁਰਦੁਆਰਿਆਂ ਦਾ ਹੀ ਮਸਲਾ ਕਿਉਂ ਨਾ ਹੋਵੇ, ਸਾਰਿਆਂ ਵਾਸਤੇ ਇੱਕ ਜਣੇ ਨੂੰ ਅਗਵਾਈ ਦੇਣੀ ਚਾਹੀਦੀ ਹੈ। ਅਲੱਗ-ਅਲੱਗ ਅਗਵਾਈਆਂ ਹੁੰਦੀਆਂ ਤਾਂ ਕੌਮ ਕਿਤੇ ਨਾ ਕਿਤੇ ਦੁਚਿੱਤੀ 'ਚ ਪੈਂਦੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਆਗੂ ਨੇ, ਉਹਨਾਂ ਦੀ ਅਗਵਾਈ 'ਚ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਜੇਕਰ ਉਹਨਾਂ ਜਥੇਦਾਰਾਂ ਨੇ ਮਾਫੀਨਾਮਾ ਦਿੱਤਾ ਸੀ ਉਸ ਵੇਲੇ 2015 'ਚ ਬਿਨ ਮੰਗੀ ਮੁਆਫੀ, ਤਾਂ ਉਸ ਵੇਲੇ ਸਰਬੱਤ ਖਾਲਸਾ ਹੋਇਆ ਸੀ, ਸਰਬੱਤ ਖਾਲਸਾ ਨੇ ਆਪਣੇ ਫੈਸਲੇ ਲਏ ਸੀ, ਪੰਥ ਨੇ, ਕੌਮ ਨੇ ਸਾਨੂੰ ਸੇਵਾਵਾਂ ਦਿੱਤੀਆਂ ਸੀ, ਤੇ ਉਸ ਵੇਲੇ ਤੋਂ ਅਸੀਂ ਦਿਨ ਰਾਤ ਸੇਵਾਵਾਂ ਕਰ ਰਹੇ ਹਾਂ। ਉਦੋਂ ਬਾਅਦ ਵੀ ਸਾਨੂੰ ਜੇਲ੍ਹਾਂ 'ਚ ਡੱਕਿਆ ਗਿਆ, ਤੇ ਇਹ ਜਿਹੜੇ ਕਾਲੇ ਕਾਨੂੰਨ ਆ ਸਾਡੇ ਤੇ ਵੀ ਲਾਏ ਗਏ ਸੀਗੇ, ਪਰ ਜਿਨ੍ਹਾਂ ਨੂੰ ਸਰਕਾਰ ਕੋਰਟ ਵਿੱਚ ਸਾਬਤ ਨਹੀਂ ਕਰ ਸਕੀ। ਮਾਣਯੋਗ ਹਾਈ ਕੋਰਟ ਨੇ ਸਾਨੂੰ ਜ਼ਮਾਨਤਾਂ ਦਿੱਤੀਆਂ ਸੀ ਉਸ ਵੇਲੇ। ਬਾਅਦ ਵਿੱਚ ਜਿਹੜਾ ਇਨਕੁਆਇਰੀ ਕਮਿਸ਼ਨ ਬੈਠਾ ਪੰਜਾਬ ਸਰਕਾਰ ਦਾ, ਜਸਟਿਸ ਮਹਿਤਾਬ ਸਿੰਘ ਗਿੱਲ ਦਾ, ਉਹਨਾਂ ਨੇ ਉਹ ਝੂਠੇ ਕੇਸਾਂ ਨੂੰ ਰੱਦ ਕਰਨ ਦੀ ਸਿਫਾਰਿਸ਼ ਵੀ ਕੀਤੀ ਸੀ, ਕਿਉਂਕਿ ਉਹਨਾਂ ਕੇਸਾਂ ਨੂੰ ਬਾਦਲ ਸਰਕਾਰ ਨੇ, ਬਾਦਲ ਪਰਿਵਾਰ ਨੇ ਸਾਡੇ ਤੇ ਸਖਤੀ ਕਰਨ ਵਾਸਤੇ ਕਾਨੂੰਨ ਦੀ ਦੁਰਵਰਤੋਂ ਕੀਤੀ ਸੀ, ਜਿਵੇਂ ਹੁਣ ਕੀਤੀ ਜਾ ਰਹੀ ਹੈ ਕੈਪਟਨ ਸਰਕਾਰ ਦੇ ਵਿੱਚ। ਨੌਜਵਾਨਾਂ ਨੂੰ ਰੈਫਰੈਂਡਮ ਦੇ ਨਾਂ ਤੇ ਫੜਿਆ ਜਾ ਰਿਹਾ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਜੋ ਸਾਨੂੰ ਕੌਮ ਨੇ ਸੇਵਾਵਾਂ ਲਾਈਆਂ, ਪੰਥ ਨੇ, ਅਸੀਂ ਪੰਥ ਦੇ ਨਿਮਾਣੇ ਸੇਵਾਦਾਰ ਸੰਗਤਾਂ ਦੀ ਚਰਨ ਧੂੜ ਹੋਣ ਦੇ ਨਾਤੇ ਉਹਨਾਂ ਸੇਵਾਵਾਂ ਨੂੰ ਬਾਖੂਬੀ ਚੜ੍ਹਦੀ ਕਲਾ ਨਾਲ ਨਿਭਾ ਰਹੇ ਆ। ਉਹਦੇ ਵਾਸਤੇ ਸਾਨੂੰ ਕਿਸੇ ਤੋਂ ਵੀ, ਜਿਵੇਂ ਬਹੁਤ ਕੁਝ ਗੁੰਮਰਾਹਕੁਨ ਪ੍ਰਚਾਰ ਜਿਹੜਾ ਬਾਦਲ ਦਲ ਵੱਲੋਂ, ਕਾਂਗਰਸ ਵੱਲੋਂ ਜਾਂ ਡੇਰੇ ਸਰਸੇ ਦੇ ਪੈਰੋਕਾਰਾਂ ਵੱਲੋਂ ਫੇਕ ਆਈਡੀਆਂ ਤੋਂ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ, ਇਹਨਾਂ ਗੱਲਾਂ ਦੀ ਅਸੀਂ ਨਾ ਪਰਵਾਹ ਮੰਨੀ ਆ ਕਦੇ, ਤੇ ਨਾ ਪਰਵਾਹ ਮੰਨਣੀ ਆ। ਸਾਡਾ ਪੱਖ ਹਮੇਸ਼ਾ ਸਪਸ਼ਟ ਆ। ਟੀਵੀ ਚੈਨਲਾਂ ਦੇ ਰਾਹੀਂ, ਅਖਬਾਰਾਂ 'ਚ ਜਿਹੜੇ ਅਸੀਂ ਪ੍ਰੈਸ ਨੋਟ ਜਾਰੀ ਕਰਦੇ ਆਪਣੇ ਲੈਟਰ ਹੈਡ ਤੇ ਜਾਂ ਫੋਨ ਤੋਂ, ਜਿਹੜਾ ਕੋਈ ਆਪਣੇ ਆਪ ਸੌ ਸਾਪੀ ਜਾਵੇ ਗੁੰਮਰਾਹਕੁਨ ਕਰਨ ਵਾਸਤੇ, ਉਹਦੇ ਤੋਂ ਸੰਗਤਾਂ ਨੂੰ ਸੁਚੇਤ ਰਹਿਣਾ ਚਾਹੀਦਾ। ਜੀ ਦਾਦੂਵਾਲ ਸਾਹਿਬ, ਬਹੁਤ-ਬਹੁਤ ਸ਼ੁਕਰੀਆ, ਤੁਸੀਂ ਬੜੇ ਵਿਸਥਾਰ ਦੇ ਨਾਲ ਸਾਰੇ ਮੁੱਦਿਆਂ ਉੱਤੇ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਸਮਾਂ ਦਿੱਤਾ। ਧੰਨਵਾਦ ਜੀ ਤੁਹਾਡਾ ਵੀ ਸੁਖਵਿੰਦਰ ਸਿੰਘ ਜੀ। ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਜੀ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਇਹ ਪ੍ਰਧਾਨ ਥਾਪੇ ਗਏ ਨੇ। ਅਗਲੇ ਸਮੇਂ ਦੇ ਵਿੱਚ ਇਹਨਾਂ ਦੀ ਰਣਨੀਤੀ ਕੀ ਹੈ, ਮੋਰਚੇ ਨੂੰ ਲੈ ਕੇ ਕਿੱਥੇ ਤੱਕ ਜਾਣਗੇ, ਬੇਅਦਬੀਆਂ ਦੇ ਇਨਸਾਫ ਨੂੰ ਲੈ ਕੇ ਕੀ ਕੁਝ ਕਰਨਗੇ, ਉਸ ਸਭ ਦੇ ਉੱਤੇ ਸਾਡੀ ਨਜ਼ਰ ਰਹੇਗੀ। ਤੁਹਾਨੂੰ ਇਹ ਇੰਟਰਵਿਊ ਕਿਸ ਤਰ੍ਹਾਂ ਦੀ ਲੱਗੀ, ਤੁਸੀਂ ਇਸ ਬਾਰੇ ਆਪਣੇ ਵਿਚਾਰ ਕਮੈਂਟ ਕਰਕੇ ਰੱਖ ਸਕਦੇ ਹੋ। ਸਾਡੇ ਚੈਨਲ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।